Let's focus on what have you learned so far. ਤੁਸੀਂ ਕੀ ਸਿੱਖਿਆ? So let's just imagine ਤੁਸੀਂ ਸੋਚੋ ਤਿੰਨ ਦਿਨਾਂ ਦੇ ਵਿੱਚ ਤੁਸੀਂ ਕੀ ਸਿੱਖਿਆ ਤੇ ਘਰਾਂ ਨੂੰ ਜਦੋਂ ਜਾਣਾ ਹੈ ਤੇ ਕੀ ਲੈ ਕੇ ਜਾਣਾ? बड़ा कुछ सीखा मैं कि भाई साहब ने क्या इंस्पिरेशनल स्पीकर मैं कोई इंस्पिरेशनल स्पीकर नहीं है ਤੁਸੀਂ ऑलरेडी बड़े इंस्पिरेशनल स्पीकर्स ਨੂੰ सुन चुके हो सुनना तो ਤੁਸੀਂ ਗਿਆਨ ਲੈ ਚੁੱਕੇ ਹੋ मैं कोई ਬਹੁਤਾ ਗੁਰਸਿੱਖੀ ਦਾ ਇੰਟਰੈਕਸ਼ਨ ਮੈਂ ਕੋਈ ਬਹੁਤੀ ਸਟੱਡੀ ਨਹੀਂ ਕੀਤੀ तो मैं भी सीखना ਤੁਹਾਡੇ ਨਾਲ ਮੈਂ ਇਸ ਕੈਂਪ ਵਿੱਚ ਆ ਕੇ ਭਾਵੇਂ ਤੁਹਾਨੂੰ ਲੀਡ ਕੀਤਾ ਕਿਸੇ ਵਰਕਸ਼ਾਪ ਦੇ ਵਿੱਚ पर मैं भी आप ਤੁਹਾਡੇ ਵਾਂਗ ਹੀ ਕਈ ਚੀਜ਼ਾਂ ਸਿੱਖੀਆਂ ਨੇ ਇਸ ਕੈਂਪ ਵਿੱਚ ਆ ਕੇ तो ਅਸੀਂ ਹੁਣ ਇਹ ਦੇਖਣਾ ਹੈ ਕਿ ਸਾਡਾ ਮੇਨ ਮਕਸਦ ਕੀ ਸੀਗਾ ਤੇ ਮੇਨ ਤੋਂ ਰਾਜੀ ਹੈ ਸਾਡਾ ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ ਹੈ ਕੀ ਬਖਸ਼ਿਆ ਹੈ ਕਿ ਅਸੀਂ ਕੀ ਕਰਨਾ ਕੀ ਹੈ ਜੀਵਨ ਦੇ ਵਿੱਚ ਰਹਿ ਕੇ ਤੇ ਕਿਉਂ ਕਰਨਾ ਹੈ तो मेरा टॉपिक सीधा अभी बात कर रहे हैं सेवा की तो टॉपिक इज ऑन सेवा तो सेवा की है पर सेवा की गल करने तो पहला ਅਸੀਂ ਇਹ ਦੇਖਣਾ ਵੀ सेवा करनी जरूरी क्यों है ਅਸੀਂ ਵਰਕਸ਼ਾਪ ਵਿੱਚ ਗੱਲਾਂ ਕੀਤੀਆਂ ਸੀਗੀਆਂ ਹੋਰਨਾਂ ਵਰਕਸ਼ਾਪ ਜਿਹੜੀ ਦਾਸ ਨੂੰ ਸੇਵਾ ਮਿਲੀ ਸੀ ਵਰਕਸ਼ਾਪ ਹਿਊਮਿਲਿਟੀ ਦੀ ਅਸੀਂ ਸਾਰਿਆਂ ਨੇ ਥੋੜ੍ਹੀਆਂ ਬਹੁਤੀਆਂ ਗੱਲਾਂ ਕੀਤੀਆਂ ਸੀ ਇਸ ਟਾਪਿਕ ਤੇ ਥੋੜਾ ਜਿਹਾ ਅਸੀਂ ਟਾਈਮ ਆਇਆ ਸੀ ਵੀ ਸੇਵਾ ਕਰਨੀ ਕਿਉਂ ਜ਼ਰੂਰੀ ਹੈ ਹਿਊਮਿਲਿਟੀ ਕਿਉਂ ਜ਼ਰੂਰੀ ਹੈ ਨਿਰਮਾਣਤਾ ਕਿਸ ਵਾਸਤੇ ਚਾਹੀਦੀ ਹੈ ਤੇ ਉਹਦੀ ਗੱਲ ਕਰਨ ਤੋਂ ਪਹਿਲਾਂ ਸੇਵਾ ਕਰਨ ਦੀ ਗੱਲ ਕਰਨ ਤੋਂ ਪਹਿਲਾਂ ਵੀ ਆਪਾਂ ਥੋੜਾ ਜਿਹਾ ਕੰਟੈਕਸਟ ਬਣਾਈਏ ਵੀ ਸੇਵਾ ਕਿਸ ਵਾਸਤੇ ਜ਼ਰੂਰੀ ਹੈ ਥੋੜਾ ਜਿਹਾ ਸਾਨੂੰ ਗੱਲ ਕਰਨੀ ਪੈਣੀ ਹੈ ਆਪਣੀ ईगो दी हाँ मैं नहीं what is ego why did Guru Sahib tell us कि ईगो ਨੂੰ ਅਸੀਂ ਮਾਰਨਾ ਹੈ ਮਨ ਨੂੰ ਮਾਰਨਾ ਹੈ ਕਿ ईगो ਕੀ ਹੈ I want this to be an interactive session मैं तो ठीक है लेक्चर दे रहे हैं पर ਤੁਸੀਂ ਇਹ ਸਾਰਾ ਕੁਝ ਕੈਂਪਸ ਸਿੱਖਿਆ ਹੈ so you already know some of the answers so I want people to participate you guys know ईगो ਕੀ ਹੈ मैं हमदार मतलब की है व्हाट इज इट हां जी मैं ही सारा कुछ हां और कुछ a feeling what kind of feeling that I exist अब गल की थी कि ईगो की किदा शुरू हुई ईगो का काम की है व्हाट इज द जॉब ऑफ ईगो व्हाट इज द जॉब ऑफ ईगो to create a self identity ਅਸੀਂ ਆਏ ਹਾਂ ਆਤਮਾ ਪਰਮਾਤਮਾ ਤੋਂ ਆਏ ਹਾਂ ਇਹ ਸਾਡੀ ਜਿਹੜੀ ਆਤਮਾ ਸਾਡੇ ਵਿੱਚ ਹੈ ਅਸੀਂ ਪਰਮਾਤਮਾ ਦੀ ਅੰਸ਼ ਹਾਂ ਪਰ ਜਦੋਂ ਅਸੀਂ ਇਸ ਦੁਨੀਆ ਵਿੱਚ ਆਏ ਹਾਂ ਜਾਂ ਇਸ ਭਾਣਾ ਤਾਂ ਜੰਮਿਆ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਜੰਮਿਆ ਇਸ ਜਨਮ ਵਿੱਚ ਆਏ ਹਾਂ ਪਰਮਾਤਮਾ ਪਾਇਆ ਦੇਵ ਛੁੱਟੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਦੋਂ ਮਾਇਆ ਸ਼ੁਰੂ ਹੋ ਜਾਂਦੀ ਹੈ ਮਾਇਆ ਇਹ ਹੀ ਹੈ ਮਾਇਆ ਈਗੋ ਹੀ ਹੈ ਕਿ ਜਦੋਂ ਜੰਮਦੇ ਆ ਸਾਡੀ ਈਗੋ ਸ਼ੁਰੂ ਹੋ ਜਾਂਦੀ ਹੈ ਅਸੀਂ ਕਹਿੰਦੇ ਆ ਕਿ ਹਾਂ ਇਹ ਮੈਂ ਹਾਂ ਤੇਰਾ ਨਾਮ ਕੀ ਹੈ ਮੇਰਾ ਨਾਮ ਰਵਿੰਦਰ ਸਿੰਘ ਹੈ ਮੇਰਾ ਨਾਮ ਹੈ ਬਾਕੀਆਂ ਨਾਲੋਂ ਵੱਖਰਾ ਮੈਂ ਇਹ ਮੇਰੀ ਹੋਂਦ ਹੈ I exist and I am a separate identity from anybody else. I am a separate identity from Virji, I am a separate identity from everybody. मेरी identity है मैं डॉक्टर हाँ ये मेरी identity है तो जो बोल रही है वो की चीज बोल रही है वो मेरी ईगो बोल रही है क्योंकि मेरी ईगो जो है वो चाहती है कि मैं वखरा सारा तो मैं बेटर हाँ मैं बड़ा डॉक्टर हाँ मैं बाकी मेरे अंदर ज़्यादा चीज़ें हैं I have something more inside of me than anybody than other doctors do. That is my ego speaking. ਤੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਈਗੋ ਜਿਹੜੀ ਹੈ ਇਹ ਜੇ ਅਸੀਂ ਪਰਮਾਤਮਾ ਨੂੰ ਪਾਣਾ ਹੈ ਜਿਸ ਨੂੰ ਜੀਵ ਤੇ ਜਾ ਕੇ ਪਰਮਾਤਮਾ ਨੂੰ ਮਿਲਣਾ ਹੈ ਤੇ ਈਗੋ ਨੂੰ ਆਪਣੀ ਈਗੋ ਨੂੰ ਖਤਮ ਕਰਨਾ ਪਏਗਾ ਰਾਈਟ ਸੋ ਈਗੋ ਨੂੰ ਖਤਮ ਕਿਸ ਤਰ੍ਹਾਂ ਕਰਨਾ ਹੈ ਪਰ
ਆਪਾਂ ਦੇਖੀਏ ਕਿ so we spoke ਥੋੜੀ ਜਿਹੀ ਗੱਲਾਂ ਕੀਤੀਆਂ ਸੀਗਾ ਵਰਕਸ਼ਾਪ ਦੇ ਵਿੱਚ ਵੀ ਈਗੋ ਕਿੱਥੋਂ ਆਉਂਦੀ ਹੈ ਕਿਉਂ ਹੈ ਬਟ ਲੈਟਸ ਥੋੜਾ ਜਿਹਾ ਡਿਟੇਲ ਵਿੱਚ ਦੇਖੀਏ ਵੀ ਈਗੋ ਦੇ ਕਿੰਨੇ ਕੰਪੋਨੈਂਟਸ ਹੈਗੇ ਨੇ ਪਹਿਲੀ ਗੱਲ ਹੈਗੀ ਈਗੋ ਦੀ ਕਿ so as we talk about doubt ego is to create a separate identity to take us from oneness to duality oneness ਹੁੰਦਾ ਅਕਾਲ ਪੁਰਖ one ਤੋਂ ਅਸੀਂ ਆਏ ਆ ਅਸੀਂ duality ਦੂਜਾ ਭਾਵ ਅਸੀਂ ਆਪਣੇ ਆਪ ਨੂੰ ਵੱਖਰਾ ਕੀਤਾ ਇਹ ਮਾਇਆ ਕੀ ਹੈ ਜਿਤ ਹਰ ਵਿਸਰੈ ਮੋਹ ਉਪਜੈ ਆਪਾਂ ਤੁਸੀਂ ਸੁਣਿਆ ਹੀ ਹੈ ਕਲਾ ਵਰਕਸ਼ਾਪ ਦੇ ਵਿੱਚ ਇਹ ਮਾਇਆ ਜਿਤ ਹਰ ਵਿਸਰੈ ਅਸੀਂ ਵੈਸੇ ਵਿਸਾਰ ਦਿੰਦੇ ਆ ਅਕਾਲ ਪੁਰਖ ਨੂੰ ਜੋ ਅਸੀਂ ਕਹਿੰਦੇ ਆ ਕਿ ਇਹ ਮੈਂ ਹਾਂ ਮੇਰੇ ਵਿੱਚ ਇਹ ਹੈ ਅਸੀਂ ਅਕਾਲ ਪੁਰਖ ਦੀ ਗੱਲ ਨਹੀਂ ਕਰ ਰਹੇ ਉਸ ਵੇਲੇ we're talking about ourselves we're talking about duality ਦੂਜਾ ਭਾਵ ਹਰ ਵਿਸਰੈ ਮੋਹ ਉਪਜਦਾ ਹੈ we get attached to worldly attachments whether it's people whether it's possessions power dooja laya so there are three components of ego the first component is who I am is what I have sare do possessions hai so let me ask you what kind of possessions do you have at each level of kis umar de hai ho you all have possessions todi ki possessions hai hanji when you say possession means like material possessions सारे की possessions ने छोटे बच्चे होता है कि मेरे खिलौने ने अब मेरा है तो क्या कि मैं कार खरीद लाके चले वो रोन लग जाएगा मेरी कार है और क्या possessions ने cell phone जिस cell phone guard जाए तो हम की are we happy किसी ने sunglasses ने बढ़िया महंगे sunglasses ने घूम जान ਤੇ ਸਾਨੂੰ ਕੀ ਅਸੀਂ ਕਹਿੰਦੇ ਤਾਂ ਗੁਰੂ ਦਾ ਭਾਣਾ ਸੀ do you say that so ਛੋਟੇ ਲੈਵਲ ਤੇ ਹੋ ਗਿਆ not forget about those big things ਮੈਨੂੰ ਕੱਲ ਹੀ ਹੋ ਰਿਹਾ ਸੀ ਮੇਰੇ ਜਰਾਬਾਂ ਗਵਾਚ ਗਈਆਂ ਲੇਕਿਨ ਮੇਰੇ ਜਰਾਬਾਂ ਕਿੱਥੇ ਗਈਆਂ ਮੈਂ ਦੋਨੋਂ ਸੋਚੀ ਗਿਆ ਮੈਂ ਕਿਹਾ ਯਾਰ ਦੋ ਤੱਕ ਦੀਆਂ ਜਰਾਬਾਂ ਨਹੀਂ ਹੈਗੀਆਂ ਪਰ ਜਿਹੜੀ ਮੇਰੀ ਈਗੋ ਨਾਲ ਜੁੜੀ ਹੋਈ ਹੈ ਨਾ ਪੋਜੈਸ਼ਨ ਦੇ ਮੇਰੀਆਂ ਜਰਾਬਾਂ ਨੇ और सारे स्टार्ट और पोजेशंस की ने साडे घर साडियां कारां और की चीज़ां ने साडी हां जी money in the bank now the point is जब साडे कोल कोई चीज़ां आ जांदियां ने ठीक है आई एम नॉट सेइंग all those things are bad it's not a question of good or bad it's a question of recognizing what is तो recognizing कि साडे विच की है साडियां की पोजेशन पहली गल ते कि once we realize कि ईगो दा की कंपोनेंट्स है पहला कंपोनेंट है कि what I am who I am is what I have गुरु साहब ने ये नहीं कहा कि पोजेशन जरूरी नहीं है इस दुनिया में रहना है we need to have houses we need to have cars we need to have all these other comforts of life but the problem the question is are we how much attached are we to these possessions ਅਸੀਂ ਕਿੰਨੇ ਕੁ ਜੁੜੇ ਹੋਏ ਆ ਹੁਣ ਸਪੋਜ਼ ਕਰੋ ਕਿ ਅਸੀਂ ਮਨੀ ਇਨਵੈਸਟ ਕੀਤੀ ਸਾਡੀ ਮਨੀ ਵਾਲ ਸਟਰੀਟ ਵਿੱਚ ਸੀਗੀ ਪਿੱਛੇ ਜਦੋਂ ਸਾਰਾ ਇਕਨੋਮੀ ਡਾਊਨ ਹੋਈ ਸੀ ਕਈਆਂ ਦੇ ਪੈਸੇ ਖਤਮ ਹੋ ਗਏ ਰਾਈਟ ਮਿਲੀਅਨਸ ਆਫ ਡਾਲਰਸ ਅਸੀਂ ਗੱਲਾਂ ਕਰ ਰਹੇ ਆ ਇਟਸ ਨਾਟ ਅ ਕੁਐਸਚਨ ਆਫ ਹਾਊ the amount of money that we have some people may have $100 and they lose it some people may have $1 million and they lose it it's just a number but what happens ਕਿ ਜੇ ਸਾਡੀ if our identity is intermixed with our possessions, what happens then? So when you lose your possessions, what happens? You get depressed. And because सुनिया भी होना है कि इन्हें पैसे गवा ले, ते उन्होंने they became so depressed that they killed themselves, right? You heard about those, right? So यही है कि साड़ियाँ possessions दे में साड़ी होंद जड़ी है, our ego, or who I am as a person. Is in our possessions. And so let's examine ourselves. What would happen if your possessions khatam ho janegiyan? Whatever level you have your possessions. We lose a lot of money. And then sade de bolo jaise na paisa gwa liya sari we get this is not just it's not a theory. I'm talking about each of us has to do our own self realization self reflection. Basically khade hai how stuck am I in my possessions?
is my identity stuck with the possessions that I have. The second component of ego is who I am is what I do. ਜਿਵੇਂ ਤੁਹਾਨੂੰ ਸੁਣਿਆ ਮੈਂ ਡਾਕਟਰ ਹਾਂ, ਸੋ ਮੇਰੀ ਈਗੋ ਦੇ ਵਿੱਚ ਹੈਗੀ ਹੈ you know ਜਿਹੜੇ ਡਾਕਟਰ we think we are better than other people, lawyers ਨੇ, engineers ਨੇ, it doesn't matter ਕਿ ਤੁਹਾਡੀ ਪ੍ਰਾਪਤ ਦਾ ਕੀ ਹੈਗਾ, ਤੁਸੀਂ ਹਰ ਆਪਣੇ ਤੁਹਾਡੇ profession ਦੇ ਵਿੱਚ ਜਦ ਸਾਨੂੰ ਆ ਜਾਂਦਾ ਹੈ ਕਿ ਮੈਂ ਇੰਨੀ ਉਹਦੇ ਤੇ ਪਹੁੰਚਿਆ ਹੋਇਆ, so that is who I am. If somebody takes that identity away from me, if I lose my office, if I lose my मेरी डॉक्टरी ਨੂੰ ਹੋ ਸਕਦਾ ਹੈ ਕਈ ਵਾਰੀ ਤਾਂ ਮੇਰੇ ਡਾਕਟਰ ਜਿਹੜੇ ਨੇ ਸੁਣਨਾ ਪੜਦਾ ਹੁੰਦਾ ਉਹਨਾਂ ਨੂੰ ਮੈਡੀਕਲ ਬੋਰਡ ਵੱਲੋਂ ਉਹਨਾਂ ਦਾ ਲਾਇਸੈਂਸ ਪੁੱਲ ਕੀਤੇ ਜਾਂਦੇ ਨੇ ਤੇ ਤੁਸੀਂ ਚੰਗੇ ਡਾਕਟਰ ਨਹੀਂ ਹੈਗੇ। So suppose that if your whole life is built upon being a doctor and all of a sudden that's taken away from you, is that going to make you feel good about yourself? So who I am is what I do. ਅਸੀਂ ਨਾਲੇ are we human? ਅਸੀਂ what I do ਦਾ ਮਤਲਬ ਕੀ ਹੈ ਕਿ ਮੈਂ ਕਰਦਾ ਹਾਂ, I am a doing person. ਅਸੀਂ ਕਹਿੰਦੇ we are human beings, but have we become human doings? ਕਿ ਮੇਰੀ ਆਇਡੈਂਟੀਟੀ ਜਿਹੜੀ ਹੈ it is all stuck with what I do. ਤੇ ਜੇ ਮੈਂ ਕੰਮ ਨਹੀਂ ਕਰਦਾ, let us imagine ਅਸੀਂ ਸਾਰੇ bring it down from that level of ਉਹਦੇ ਤੇ ਪਹੁੰਚਿਆ ਡਾਕਟਰ, ਲਾਇਰ, etc. but ਅਸੀਂ ਹੁਣ ਜਿਵੇਂ ਬੈਠੇ ਹਾਂ, ਅਸੀਂ ਕੰਮ ਕਰੀ ਜਾਂਦੇ ਹਾਂ, do we ever sit still? ਅਸੀਂ ਵੀ ਜਦੋਂ ਟਾਈਮ ਮਿਲਿਆ, how do we ਅੱਜ ਕੱਲ੍ਹ ਦੀ ਦੁਨੀਆ ਵਿੱਚ we have so much called information overload ਕਿ we can never for a single moment without some sort of information or some sort of connection with people. ਸਾਡੇ ਕੋਲ ਸੈੱਲ ਫੋਨ ਨੇ, ਸਾਡੇ ਕੋਲ ਕੰਪਿਊਟਰਸ ਨੇ, ਜਦੋਂ ਅਸੀਂ ਬੋਰ ਹੁੰਦੇ ਹਾਂ ਕੰਪਿਊਟਰ ਤੇ ਜਾ ਕੇ ਬਹਿ ਜਾਂਦੇ ਹਾਂ, ਨਹੀਂ ਤਾਂ ਹੋਰ ਨਹੀਂ ਤਾਂ just start talking to people. How many of us ਜੇ ਇਹ ਸਾਰੀਆਂ ਚੀਜ਼ਾਂ ਨਾ ਹੋਣ, how are you going to feel? Suppose ਕਰੋ ਕਿ ਤੁਹਾਡਾ ਸਾਰਾ ਸੈੱਲ ਫੋਨ, ਤੁਸੀਂ ਇੱਥੇ ਆਏ ਹੋ, I know a lot of people, I myself included, I cannot call anywhere because my cell phone is there is no connection, right? We feel disconnected from the world. मैं हम की कर रहा हूँ, मैं कहा कि देखा मेरे की मैसेज आए होने, लेकिन उन्होंने कॉल की थी है. How many of you have ever had that thought going to your mind during this weekend? ऐसा मतलब नहीं है ना कि ਅਸੀਂ we are doing beings and we are stuck with our possessions, we are stuck with what I do. ਕਿ ਜੇ ਮੇਰੇ ਕੋਲ ਕੁਝ ਕੰਮ ਕਰਨ ਨੂੰ ਨਹੀਂ ਹੈ, ਤੇ ਅਸੀਂ ਕੀ ਕਰਦੇ ਹਾਂ? ਸਾਨੂੰ ਨਾ ਮੌਕਾ ਮਿਲਿਆ ਹੈ ਕਿ ਕੰਮ ਕਰਨ ਨੂੰ ਨਹੀਂ ਹੈ ਤਾਂ ਆਪਾਂ ਬਹਿ ਕੇ ਨਾਮ ਸਿਮਰਨ ਕਰੀਏ। But how many of us are willing to do that? ਅਸੀਂ ਹਮੇਸ਼ਾ ਸੋਚਦੇ ਰਹਿੰਦੇ ਹਾਂ, ਹੋਰ ਕੁਝ ਨਹੀਂ ਤਾਂ ਆਪਣੇ ਖਿਆਲਾਂ ਨਾਲ ਹੀ ਅਸੀਂ ਸੋਚੀ ਜਾਂਦੇ ਹਾਂ, ਰਾਈਟ? ਅਸੀਂ ਕਦੀ ਆਪਣੇ ਖਿਆਲਾਂ ਨੂੰ ਕਦੀ ਇਕਾਗਰਤਾ ਨਹੀਂ ਲੈ ਕੇ ਆਏ। Because we're always doing things. We have become, so we're not being, we're not just be. We are not human beings, we become human doings. So just keep that in the back of your mind, Casey. So the first component was, who I am is what I have. Second component is, who I am is what I do. And the third component is, who I am is what others think of me. ਹੁਣ ਜੇ ਮੈਨੂੰ ਕਿਸੇ ਨੇ ਚੰਗੀ ਗੱਲ ਕਰ ਦਿੱਤੀ ਹੈ, I'm happy. ਜੇ ਕਿਸੇ ਨੇ ਮੈਨੂੰ ਮਾੜੀ ਗੱਲ ਕਰ ਦਿੱਤੀ ਹੈ, I get upset. So ਜੋ ਲੋਕਾਂ ਦੀ ਨਜ਼ਰਾਂ ਵਿੱਚ ਮੈਂ ਠੀਕ ਹਾਂ, ਗਲਤ ਹਾਂ, ਮੇਰੀ ਈਗੋ ਉਹਦੇ ਵਿੱਚ ਹੀ ਹੈ, ਤੇ ਲੋਕ ਮੇਰੀ ਬੜੀ ਪ੍ਰਸ਼ੰਸਾ ਕਰਦੇ ਨੇ, ਤੇ ਮੈਨੂੰ ਖੁਸ਼ੀ ਮਿਲਦੀ ਹੈ। ਕਿਹਨੂੰ ਖੁਸ਼ੀ ਮਿਲਦੀ ਹੈ? ਅੰਦਰ ਸਾਡੀ ਆਤਮਾ ਨੂੰ ਖੁਸ਼ੀ ਮਿਲਦੀ ਹੈ ਕਿ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ? Anybody? मन को खुशी मिलती है ना, मन ही है ना ईगो, क्योंकि स्पिरिट जो है, जो आत्मा है, वो परमात्मा तो आई है। ਅਸੀਂ आत्मा की गल सुनते नहीं, साड़ी आत्मा की आवाज बड़ी धीमी है, बड़ी हौली है, क्योंकि माया की आवाज बहुत ज्यादा है। चिरमिल बिस्यार दुनिया फानी, माया की आवाज बहुत उच्ची है। वो उच्ची आवाज के विच एक चीज सहारे विच ਅਸੀਂ अपनी आत्मा की आवाज नहीं सुन सकते। आत्मा की आवाज की कहती है कि परमात्मा नाल मिलना है। आत्मा की आवाज कहती है कि ਅਸੀਂ कुछ खटना है जीवन दे ताकि ਅਸੀਂ जो वापस जाना है ਅਸੀਂ परमात्मा में जाके समा जाइए। पर साडी ईगो जिहड़ी है वो नहीं करन दिंदी। साडी ईगो खुश होंदी है जब मैनूं मेरी खुशबत करदा,
ਸਾਡੀ ਈਗੋ ਜਦੋਂ ਨੂੰ ਸੱਟ ਲੱਗਦੀ ਹੈ ਜਦੋਂ ਸਾਡੀ ਕੋਈ ਨਿੰਦਾ ਕਰਦਾ ਰਾਈਟ anybody disagree okay so those are the three components of ego and ਖਿਆਲ ਰੱਖੀਏ ਜਦੋਂ ਅਸੀਂ ਘਰ ਜਾਣਾ ਵਾਪਸ ਕਿ am I really stuck with these three components what was the first one who I am is what is what I have second one is who I am is what I do and the third one is who I am is what others think of me we all want recognition we all want praise so now but does that give us inner happiness कितनी को खुशी मिलती है our happiness is conditional that means कि जे conditions ठीक ने साढ़े वास्ते तो सानू खुशी मिलेगी पर वो temporary होती है तो जब जे conditions bad है कि the conditions are not ideal then we were sad so our happiness is not about all the three things that we discussed earlier साड़ी happiness is conditional happiness is not true happiness क्योंकि वो जिदा भी रनिंग साड़ी अपनी पावर नहीं हैगी we don't have control over ourselves किसी ने कुछ गलत गल कर दी तो साड़ी पावर खत्म हो गई ਅਸੀਂ ਨਾਰਾਜ਼ ਹੋ ਗਏ किसी ने कुछ चंगी गल कर दी ते so our happiness is all dependent upon what I have what others think of me and what I do but what does Guru Sahib tell us कि सानू सारे सच्ची सुख वास्ते सच्चे सुख वास्ते सानू की करना है जे आत्म को सुख नित लोड़ो ता सतगुर शरण पवीजै जिस आत्मा का सुख चाहते हैं if you want really a happiness where happiness is not conditional it's unconditional it doesn't matter what I have it doesn't matter what I do ਤੇ ਉਸ ਵਾਸਤੇ ਸਾਨੂੰ happiness ਚਾਹੀਦੀ ਹੈਗੀ ਹੈ ਤੇ ਗੁਰੂ ਸਾਹਿਬ ਨੇ ਸਾਫ਼ ਆਦਤ ਆਏ ਤੇ ਕੀ ਕਰਨਾ ਚਾਹੀਦਾ ਹੈ So if you long for everlasting peace and comfort for your soul, then enter the sanctuary of the true Guru. So let's figure out what that means. What does it mean to say Sadhguru Sharan with Anand? So Sharan Anand pehla Guru Sahib ne tanu dassya jo man mare apna se put bairagi ram. Sada kam hai man nu marna is ego nu marna. क्योंकि ईगो जड़ी है we already recognize that ego is सारे सारा जड़ right सारे पवार की जड़ ईगो ही है ना so ईगो को खत्म करने वास्ते की करना है so जो मन मारे मन मेरे सतगुर सेवक अपना से ज्ञानगुण भागी राम जो मन मारे अपना से पुरख बैरागी राम so एक चीज ते जरूर we have to really focus I'm spending some time on this because this is the basis for Sikhi. ਜੇ ਅਸੀਂ ਇਸ ਨੂੰ ਵੀ ਅਪਣਾਵਾਂਗੇ ਉਤੋਂ ਅਸੀਂ ਭੇਜ ਕਰਦੇ ਹਾਂ ਉਤੋਂ ਅਸੀਂ ਸਿੱਖੀ ਨੂੰ ਕਮਾਉਣ ਦੀ ਗੱਲ ਕਰਦੇ ਹਾਂ ਵੀ ਸ਼ੋਇੰਗ ਐਵਰੀਬਾਡੀ ਬਟ ਅਸਲੀਅਤ ਕੀ ਹੈਗੀ ਹੈ ਜੇ ਅਸੀਂ ਸੱਚੇ ਸਿੱਖ ਬਣਨਾ ਚਾਹਦੇ ਹਾਂ we what we have to do is this ਜੋ ਮਨ ਵਾਲੇ ਆਪਣਾ ਸਿਰਪੁਰ ਬੈਰਾਗੀ ਰਾਮ ਇਹਦੇ ਵਿੱਚ ਗੁਰੂ ਸਾਹਿਬ ਨੇ ਵੀ ਦੱਸ ਦਿੱਤਾ ਕਿ ਸਾਡੀ ਕੀ ਹੈਗੀ ਹੈ जो जे ਅਸੀਂ ਮਨ ਨੂੰ ਮਾਰਾਂਗੇ what is going to happen to us ਸੇ ਜਨ ਬੈਰਾਗੀ ਸੱਚ ਜਲਾਗੀ ਆਪਣਾ ਆਪ ਪਛਾਣਿਆ ਆਪਣੇ ਆਪ ਨੂੰ ਪਛਾਣ ਸਕਦੇ ਆ ਮਤ ਨੇਚਰ ਅਸੀਂ ਕਹਿੰਦੇ ਮਨ ਨੀਵਾ ਮਤ ਉੱਚੀ ਹੋਣੀ ਚਾਹੀਦੀ ਹੈ ਰਾਈਟ ਦੈਟਸ ਵਾਟ ਵਾਸ the whole concept of humility workshop ਕੀਤੀ ਸੀ ਵੀ ਮਨ ਨੀਵਾ ਹੋਵੇ ਮਤ ਉੱਚੀ ਹੋਵੇ ਤੇ ਜੇ ਮਨ ਨੂੰ ਮਾਰਾਂਗੇ ਤਾਂ ਸਾਡੀ ਮਤ nature हो जाएगी that is so steadfast that nothing can ever bring it down mat nature up gudi deep and profound साडी mat जेडी है we want to increase the mat ਨੂੰ ਕਰਾਂਗੇ mat ਨੂੰ ਉੱਚਾ ਕਰਾਂਗੇ mat nature up gudi ਗੁਣ ਸਹਿਜੇ ਨਾਮ ਪੁਕਾਰਿਆ ਫਿਰ ਨਾਮ ਸਾਡੇ ਹਿਰਦੇ ਵਿੱਚ ਵਸੇਗਾ ਸਾਡੀ ਹੁਣ ਹਾਲਤ ਕੀ ਹੈ ਇੱਕ ਕਾਮਨ ਹਿਤਕਾਰੀ ਮਾਇਆ ਮੋਹ ਪਿਆਰੀ मानुक सोए रहे भागे so ਅਸੀਂ very quick to say कि ਅਸੀਂ ਗੁਰਮੁਖ ਹਾਂ ਉਹ ਮਨਮੁਖ ਹੈ but let us also examine ਕਿ ਅਸੀਂ ਸਾਡੀ ਜਿਹੜੇ ਕੁੱਤੂਤਾ ਨੇ ਸਾਡੇ ਜਿਹੜੇ ਕੰਮ ਨੇ ਅਸੀਂ ਗੁਰਮੁਖਾਂ ਵਾਲੇ ਕੰਮ ਕਰ ਰਹੇ ਹਾਂ ਕਿ ਅਸੀਂ ਮਨਮੁਖਾਂ ਵਾਲੇ ਕੰਮ ਕਰ ਰਹੇ ਹਾਂ ਫਿਰ ਗੁਰੂ ਸਾਹਿਬ ਨੇ ਡੈਫੀਨੇਸ਼ਨ ਦੇ ਦਿੱਤੀ ਹੈ ਕਿ ਮਨਮੁਖ ਕੌਣ ਨੇ ਜਿਹੜੇ they are stuck in this world in their ਮਾਇਆ ਦੇ ਵਿੱਚ lovers of beautiful young women ਕਾਮਨ ਕਾਰੀ ਕਾਮ ਵਸ ਹੈ
ਮਾਇਆ ਮੋਹ ਪਿਆਰੀ, ਕਿ ਸਾਨੂੰ ਮਾਇਆ ਚੰਗੀ ਲੱਗਦੀ ਹੈ। We all want to become somebody, we all want to ਆਪਣੀ ਈਗੋ ਨੂੰ ਵਧਾਉਂਦੇ ਆ। ਇਹ ਮਨ ਨੂੰ ਦੇ ਲੱਛਣ ਨੇ, ਤੇ ਮਨ ਨੂੰ ਜਿਹੜੇ ਨੇ ਸੋਏ ਰਹੇ ਭਾਗੇ, ਉਹ ਸੁੱਤੇ ਪਏ ਨੇ। ਨਾਨਕ ਸਹਿਜੇ ਸੇਵਨ ਗੁਰ ਆਪਣਾ, ਸੇ ਪੂਰੇ ਬੜਭਾਗੇ। So now, that was the basis for why we need to do seva. सेवा करने का मकसद की है कि पहला अपनी हमें दूर करना, अपनी ईगो को कंट्रोल करना। तो हम करने का काम है ईगो, ईगो का मतलब की है, ईगो इज माइंड, माया मोह सगल जन छाया, कामन दे काम को भाया, सुख कंचन सु हेत वधाया, सब कुछ अपना इकराम पर आया। ये मेरा, सब कुछ मेरा है। एक मेरा सिर्फ वाहिगुरु मैनू मेरे नेड़े नहीं है, वो मेरा नहीं है। He sees everything as his own, but he does not own the Lord. ਅਸੀਂ ਜੇ ਰਾਮ ਨੂੰ ਆਪਣਾ ਬਣਾਉਣਾ ਹੈ, ਅਕਾਲ ਨੂੰ ਆਪਣਾ ਬਣਾਉਣਾ ਹੈ, ਇਹ ਸਭ ਕੁਝ ਜਿਹੜਾ ਆਪਣਾ ਅਸੀਂ ਬਣਾ ਬੈਠੇ ਹਾਂ ਨਾ ਇਸ ਦੁਨੀਆ ਦੇ ਵਿੱਚ, ਇਸ ਨੂੰ ਦੂਰ ਕਰਨਾ ਪਏਗਾ। Now let's come back to सेवा, our topic of the day। ਵੀ सेवा करने की, सेवा की चीज है, सेवा ਆਪਾਂ ਦੇਖੀ ਜਾਏ ਕਰਨੀ ਜ਼ਰੂਰੀ ਕਿਉਂ ਹੈ, ਤੇ ਹੁਣ ਦੇਖਣਾ ਹੈ सेवा है ਕੀ, कि what things can we do to do सेवा, कि वह सेवा की चीज है, तो सेवा कितना की जा सकती है। So सेवा is not just some things that we do, we are पापा ठीक है जोड़े में सेवा कर रही, we'll talk about all that, but सेवा is also how we think, how we live our life, how conscious we are। तो conscious is सारे कहने से जो है very conscious, ਅਸੀਂ सारी consciousness हैगी है, और ਅਸੀਂ ਅੱਖਾਂ ਦੁਨੀਆ ਨੇ, we are alert to this world, right? ਕਿ ਅਸੀਂ we all think that we are conscious, but are we really conscious? ਕਿ ਅਸੀਂ we're doing everything unconsciously, because everybody does it the way ਅਸੀਂ ਦੁਨੀਆ ਦੇ ਵਾਂਗ ਤੁਰੀ ਜਾ ਰਹੇ ਹਾਂ। And are we doing this consciously, or are we just unconsciously following everybody else in the world? How we live, किस तरह जी रहे हैं, सारा जीवन ਜਿਹੜਾ ਹੈਗਾ सेवा ਦਾ ਹੋਣਾ ਚਾਹੀਦਾ ਹੈ। सेवा ਸਾਰੇ ਜੀਵਨ ਦੇ ਵਿੱਚੋਂ सेवा ਦੀ ਮਹਿਕ ਆਉਣੀ ਚਾਹੀਦੀ ਹੈ। So सेवा is not just ਕਿਤੇ ਜਾ ਕੇ ਤੁਸੀਂ ਕਿਤੇ ਭਾਵੇਂ ਗੁਰਦੁਆਰੇ ਵਿੱਚ ਜਾ ਕੇ ਜਾਂ ਕਿਤੇ ਜਾ ਕੇ ਤੁਸੀਂ ਥੋੜੇ ਦੇਰ ਲਈ सेवा ਕਰਤੀ, ਕੀਰਤਨ ਦੀ सेवा ਕਰਨੀ, ਸਾਰੇ ਕਹਿੰਦੇ ਸਾਨੂੰ ਜੀ ਕੀਰਤਨ ਦੀ सेवा ਮਿਲੀ ਸੀਗੀ। Fine, that is also सेवा, nothing wrong with it. But सेवा is much more than that. सेवा is not just things that you do when you come to Gurdwara. How we think, ਸਾਡੀ ਸੋਚਣੀ ਕਿਸ ਤਰ੍ਹਾਂ ਦੀ ਹੈਗੀ ਹੈ, ਸਾਡਾ ਜੀਵਨ ਕਿਸ ਤਰ੍ਹਾਂ ਦਾ ਹੈ, ਸਾਡੇ ਜੀਵਨ ਵਿੱਚੋਂ ਜਦੋਂ ਸਾਡਾ ਵੀ ਜੀਵਨ ਦੇਖਦਾ ਹੈ, ਉਹਨਾਂ ਨੂੰ ਕੋਈ ਪ੍ਰੇਰਣਾ ਮਿਲਦੀ ਹੈ ਕਿ ਉਹਨਾਂ ਨੂੰ ਘਿਰਨਾ ਵੱਧਦੀ ਹੈ ਉਹਨਾਂ ਦੇ ਦਿਮਾਗ ਵਿੱਚ। So the way we live our life, so we have to examine ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਤੀਤ ਕਰ ਰਹੇ ਹਾਂ। There are two types of सेवा। एक है सेवा ऑफ अकाल पुरख, ਤੇ ਦੂਜੀ ਹੈ सेवा ऑफ ह्यूमैनिटी। सेवा की गल करते हैं, ਅਸੀਂ सोचते हैं सेवा सिर्फ ਅਸੀਂ ਜਿਹੜੀ फिजिकल सेवा करते हैं, we will talk about that। पर सब तो पहली सेवा ਜਿਹੜੀ ਕੀ ਹੈ ਕਿ ਅਸੀਂ ਅਕਾਲ ਪੁਰਖ ਤੋਂ ਆਏ ਹਾਂ, ਅਕਾਲ ਪੁਰਖ ਨਾਲ ਭੇਦ ਹੋਣਾ ਹੈ, ਅਕਾਲ ਪੁਰਖ ਨੂੰ ਮਿਲਣਾ ਹੈ, ਤੇ ਪਹਿਲੀ ਹਰ ਕੀ ਪਹਿਲ ਕਮਾਉਣੀ। ਹਰੀ ਦੀ सेवा ਕੀ ਹੈ, हर की पहल कमावनी जपिए प्रभ का नाम। जिस नाम नहीं जपते तो जिन्हें मर्जी ਅਸੀਂ ਹੋਰ ਸੇਵਾਵਾਂ ਕਰ ਲਈਏ ਉਹਦਾ ਇੰਨਾ ਕੋਈ ਫਰਕ ਨਹੀਂ, ਕੋਈ ਫਾਇਦਾ ਨਹੀਂ ਹੋਣਾ ਹੋਏਗਾ। ਬਟ if we want to ਜੋ ਸਾਡੀ ਕੌਨਸ਼ੀਅਸਨੈਸ, ਸਾਡੀ ਜਿਹੜੀ ਬਿਰਤੀ ਹੈ, ਅਸੀਂ ਵਾਹਿਗੁਰੂ ਨਾਲ ਜੁੜੇ ਹੋਏ ਹਾਂ, ਤਾਂ ਸਾਡੀ ਕੋਈ ਸੇਵਾ ਆਪੇ ਹੀ ਹੋਏਗੀ। ਪਹਿਲੀ ਗੱਲ ਕਿ ਜਦ ਤੱਕ ਅਸੀਂ, ਕਿਉਂਕਿ ਕਈ ਵਾਰੀ ਨਹੀਂ ਹੁੰਦਾ, ਤੁਸੀਂ ਦੇਖਿਆ ਹੀ ਹੈ ਕਿ ਸੇਵਾ ਕਰਕੇ ਸਾਡੀ ਹਮੇ ਵੱਧਦੀ ਹੈ ਕਈ ਵਾਰੀ, ਰਾਈਟ? ਬਿਕਾਜ਼ ਸੇਵਾ ਠੀਕ ਹੈ ਕਰਨੀ ਜ਼ਰੂਰੀ ਹੈ, ਪਰ ਜੇ ਅਸੀਂ ਆਪਣੇ ਕੌਨਸ਼ੀਅਸਨੈਸ ਦੇ ਵਿੱਚ, ਆਪਣੇ ਹਿਰਦੇ ਵਿੱਚ ਅਸੀਂ ਨਾਮ ਨੂੰ ਨਹੀਂ ਵਸਾਵਾਂਗੇ, ਉਹਦੇ ਨਾਲ ਸਾਡੇ ਚ ਹਿਊਮਿਲਿਟੀ ਨਹੀਂ ਆ ਸਕਦੀ। जब बड़ी औखी आएगी, it will take a lot of time to develop हमें मार के। तो जे ਅਸੀਂ ਨਾਲ ਨਾਲ ਅਕਾਲ ਪੁਰਖ ਦੀ ਸੇਵਾ ਕਰੀਏ, ਨਾਮ ਜਪੀਏ, ਤਾਂ ਉਹ ਸਹਿਜ ਹੀ ਸਾਡੇ ਵਿੱਚ ਉਹ ਗੁਣ ਆਪਣੇ ਆਪ ਆਣੇ ਸ਼ੁਰੂ ਹੋ ਜਾਣਗੇ। ਸੋ ਪਹਿਲੀ ਗੱਲ ਇਹ ਹੈਗੀ ਹੈ, ਸੋ ਵੀ ਹੈਵ ਟੂ ਸਟਾਰਟ। ਜੇ ਸੇਵਾ ਕਰਨੀ ਹੈ, ਪਹਿਲੀ ਸੇਵਾ ਇਹ ਕਰਨੀ ਹੈ ਕਿ ਨਾਮ ਜਪਣਾ ਹੈ। ਨਾਮ ਜਪਣ ਤੋਂ ਬਗੈਰ ਸੇਵਾ ਕੀਤੀ ਦਾ ਫਲ ਨਹੀਂ। ਸੋ ਇਹਦਾ ਮਤਲਬ ਕੀ ਹੈ? सारे सेवा करना चाहते हैं, जिसे अमृत नहीं उठाएंगे,
कुछ अपने हिरदे ਨੂੰ ਆਪਣੇ ਮਨ ਨੂੰ ਟਿਕਾ ਵਿੱਚ ਲਿਆ ਕੇ ਗੁਰੂ ਦੀ ਮਹਾਰਾਜ ਦੇ ਚਰਨਾਂ ਵਿੱਚ ਬਹਿ ਕੇ ਥੋੜਾ ਨਾਮ ਨਹੀਂ ਜਪਾਂਗੇ ਤੇ ਅਸੀਂ ਸੇਵਾ ਨਹੀਂ ਕਰ ਰਹੇ। ਪਹਿਲੀ ਗੱਲ ਪਹਿਲਾ ਕੰਮ ਇਹ ਹੈ ਆਪਕੀ ਗੱਲ ਕਰਾਉਣੀ ਜਪੀਆ ਪ੍ਰਭ ਦਾ ਨਾਮ। ਉਸ ਤੋਂ ਬਾਅਦ ਸੇਵਾ ਆਫ ਹਿਊਮੈਨਿਟੀ ਤੁਸੀਂ ਗੱਲ ਕਰ ਰਹੀ ਹੈ why is ਸੇਵਾ ਆਫ ਗॉड important because the thing is ego ਬਹੁਤ strong even ego becomes more strong when you're trying to destroy it। ਹੁਣ ਅਸੀਂ ਖੜੇ ਆ ਅਸੀਂ ਕੁਝ ਕਰ ਨਹੀਂ ਰਹੇ ਠੀਕ ਹੈ we're going about our daily business no problem good ego ਹੈਗੀ ਹੈ ਸਾਡੀ and it's going to continue becoming bigger and bigger but ਜਦੋਂ ਅਸੀਂ ਸੇਵਾ ਨੂੰ we must realize ਜਦੋਂ ਅਸੀਂ ਆਪਣੀ ਈਗੋ ਨੂੰ ਮਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਉਦੋਂ ਈਗੋ ਸਾਡੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਤੇ ਸੇਵਾ ਕਰਦੇ ਅਸੀਂ ਕਹਿੰਦੇ ਅਸੀਂ ਸੇਵਾ ਕਰੀਏ ਜੋੜਿਆਂ ਦੀ ਸੇਵਾ ਕਰਦੇ ਆ ਪਰ ਅਸੀਂ ਦੇਖਦੇ ਆ ਸਾਨੂੰ ਕੋਈ ਦੇਖਦਾ ਪਿਆ ਦੇਖਿਆ ਵੀ ਕਿੰਨਾ ਗੁਰਮੁਖ ਹੈ ਜੋੜਿਆਂ ਦੀ ਸੇਵਾ ਕਰ ਰਿਹਾ ਰਾਈਟ। ਅਸੀਂ ਕੀਰਤਨ ਦੀ ਸੇਵਾ ਕਰਦੇ ਆ ਅਸੀਂ ਕਹਿੰਦੇ ਆ ਕੋਈ ਕਵੇ ਪ੍ਰਸ਼ੰਸਾ ਕਰਦੇ ਕਿ ਹਾਂ ਤੁਸੀਂ ਬਹੁਤ ਗੁਰਮੁਖ ਦੇ ਬੰਦੇ ਹੋ ਬੜਾ ਸੋਹਣਾ ਕੀਰਤਨ ਕੀਤਾ ਕਿ ਉਤੋਂ ਕਹੋਗੇ ਹਾਂਜੀ ਗੁਰੂ ਦੀ ਕਿਰਪਾ ਹੈ ਅੰਦਰੋਂ ਕਹੋਗੇ ਯਾਰ ਦੈਟਸ ਮੀ ਇਹ ਕਹਿੰਦੇ ਆ ਨਾ ਯਾਰ ਉਤੋਂ ਅਸੀਂ ਕਹਿੰਦੇ ਨਹੀਂ ਗੁਰੂ ਦੀ ਕਿਰਪਾ ਅਸੀਂ ਪੱਲਾ ਪਾ ਕੇ ਹਾਂਜੀ ਗੁਰੂ ਦੀ ਕਿਰਪਾ ਅੰਦਰੋਂ ਅਸੀਂ ਕਹਿੰਦੇ ਆ ਤੇ ਸਾਨੂੰ ਕੋਈ ਟਾਈਮ ਮਿਲੇ ਮੈਂ ਟਾਈਮ ਨਹੀਂ ਮਿਲਿਆ ਕਿਵੇਂ ਕਰ ਦਿੱਤਾ ਇਹ ਗੱਲ ਹੋਈ। ਉਹ ਕਈ ਸਿੰਘ ਦੇਖੇ ਨੇ ਜਿਹੜੇ ਉਹਨਾਂ ਨੂੰ ਗੁੱਸਾ ਕਰ ਦਿੰਦਾ ਉਹ I don't want to point ਕਹਿਣਾ ਨਹੀਂ ਚਾਹੁੰਦਾ ਕਿਸੇ ਸਿੰਘ ਦੇਖੇ ਜਿਹੜੇ ਇੰਨਾ ਗੁੱਸਾ ਚੜਿਆ ਜੋ ਹੱਥ ਸੀਗਾ ਉਡਾ ਕੇ ਸੁੱਟਿਆ ਮੈਨੂੰ ਸੇਵਾ ਮੈਨੂੰ ਕੀਰਤਨ ਪ੍ਰਾਈਮ ਟਾਈਮ ਨਹੀਂ ਮਿਲਿਆ ਮੈਂ ਹੁਣ ਕੀਰਤਨ ਕਰਨਾ ਸੀ ਮੈਨੂੰ ਟਾਈਮ ਨਹੀਂ ਮਿਲਿਆ ਤੇ ਹੁਣ ਅਖੀਰ ਤੇ ਜਦੋਂ ਸਾਰੇ ਸਿੰਘ ਜਾ ਰਹੀ ਹੈ ਤਾਂ ਮੈਨੂੰ ਟਾਈਮ ਨਹੀਂ ਲੱਗਣੇ ਇਹ ਟਾਈਮ ਹੈ ਮੈਨੂੰ ਕੀਰਤਨ ਕਰਨ ਦਾ ਕਿ what is that ਸੇਵਾ। We're laughing about this because it's very obvious now that we mention it but let's examine ourselves ਇਹ ਆਪਣੇ ਆਪ ਹਮੇ ਆ ਜਾਂਦੀ ਹੈ ਸਾਰੇ ਕਹਿੰਦੇ ਆ ਬਈ ਅਸੀਂ ਪ੍ਰਾਈਮ ਟਾਈਮ ਤੇ ਕੀਰਤਨ ਕਰੀਏ ਤਾਂ ਕਿ ਸਾਡੀ ਸੁਣੀਆਂ ਟਿਊਨਾਂ ਨਾਲ ਕੀਰਤਨ ਕਰੀਏ ਅਸੀਂ ਕੀਰਤਨ ਨਾਲ ਨਹੀਂ ਜੁੜਦੇ ਹੈਗੇ ਅਸੀਂ ਜੁੜਦੇ ਹੈਗੇ ਆ ਫਲਾਣੇ ਸਿੰਘ ਨਾਲ ਉਹਦੀਆਂ ਟਿਊਨਾਂ ਬੜੀਆਂ ਸੋਹਣੀਆਂ ਨੇ ਉਹ ਬਹੁਤ ਸਾਨੂੰ ਜੋੜ ਕੇ ਰੱਖਦਾ ਹੈ ਕੀਰਤਨ ਨੂੰ ਜੋੜ ਕੇ ਰੱਖਦਾ ਹੈ। ਜੇ ਹੋਰ ਕੀ ਨਿਆਣਾ ਆ ਜਾਵੇ ਜਿਹਨੂੰ ਸੁਰਾਂ ਦਾ ਪਤਾ ਨਹੀਂ ਹੈਗਾ ਕਿਹਨੂੰ ਲਾਤਾ ਯਾਰ ਰਾਈਟ ਉਹਨੂੰ ਕੁਝ ਹੋਰ ਕਿਸੇ ਸਿੰਘ ਨੂੰ ਲਾਓ ਤਾਂ ਕਿ ਕੁਝ ਸੰਗਤ ਨੂੰ ਜੋੜੇ ਦਾ ਮਤਲਬ ਹੈ ਕਿ ਅਸੀਂ ਬਾਣੀ ਨਾਲ ਨਹੀਂ ਜੁੜੇ ਅਸੀਂ ਸਿਰਫ ਟਿਊਨਾਂ ਦੇ ਨਾਲ ਜੁੜੇ ਆ ਬੰਦਿਆਂ ਦੇ ਨਾਲ ਜੁੜੇ ਆ ਤੇ ਕਾਰਨ ਅਸੀਂ ਸੇਵਾ ਪਏ ਆ we try to do ਸੇਵਾ but ਉਹ ਸੇਵਾ ਦੇ ਨਾਲ ਸਾਡੀ ਭਾਵਨਾ ਵੱਧ ਜਾਂਦੀ ਹੈ। why is that the ego is a lot stronger when you're trying to destroy it so that's why ਅਕਾਲ ਪੁਰਖ ਦੀ ਸੇਵਾ ਬਹੁਤ ਜ਼ਰੂਰੀ ਹੈ ਕਰਨੀ। ਜੇ ਅਸੀਂ ਆਪਣੇ ਹਿਰਦੇ ਵਿੱਚ ਨਿਮਰਤਾ ਨਹੀਂ ਲਿਆਵਾਂਗੇ ਨਾਮ ਨਹੀਂ ਜਪਾਂਗੇ ਬਾਣੀ ਸੱਚ ਤੌਰ ਤੇ ਅੰਦਰ ਵਸਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਤੋਂ ਸਾਡੀ ਈਗੋ ਨੂੰ ਹੋਰ ਵਧਾਉਂਦੀਆਂ ਨੇ। ਕਈ ਕੀਰਤੀਆਂ ਸੁਣਿਆ ਕਿ ਸਾਨੂੰ ਐਨੇ ਪੈਸੇ ਦੋ ਤੁਸੀਂ ਕੀਰਤਨ ਕਰਵਾਵਾਂਗੇ that is all about increasing your amen so let's bring it down to ourselves ਅਸੀਂ ਕੀ ਕਰਨਾ ਹੈਗਾ ਕਿ when we're doing ਕੀਰਤਨ when ਕੋਈ ਸਾਨੂੰ ਸੇਵਾ ਮਿਲੀ ਹੈਗੀ ਹੈ ਤੇ we shouldn't be doing it with the idea ਕਿ ਸਾਨੂੰ ਕੋਈ recognition ਮਿਲੇ। remember who I am is what I do or who I am is what others think of me। ਇਹੀ ਹੈ ਨਾ ਜਦੋਂ ਸੇਵਾ ਕਰਦੇ ਆ because we only do ਸੇਵਾ ਜਿਹੜੀ ਦੇਖੀ ਜਾਂਦੀ ਲੋਕੀ ਦੇਖਦੇ ਪਏ ਨੇ। ਜੇ ਅਸੀਂ ਅਸਲੀ ਸੇਵਾ ਕਰਨਾ ਚਾਹੁੰਦੇ ਹਾਂ ਉਹ ਸੇਵਾ ਕਰੀਏ ਜਿਹੜੀ ਲੋਕੀ ਨਹੀਂ ਦੇਖਦੇ ਪਏ। ਅਸੀਂ ਕਦੀ how many of you have ever cleaned the toilet in the Gurdwara? how many of you have done kirtan in the Gurdwara? हम किसी ने जवाब नहीं देना now be honest how many do kirtan in the Gurdwara right all of us but how many of us has done and cleaned the toilet in the Gurdwara? how many of us have done langar di seva not the langar vartan di seva sare kan loki dekh rahe na se langar di seva karte pe how many of us stand go to langar hall after everybody has left to clean the ਜਿਹੜੇ ਭਾਂਡੇ ਜੁੱਠੇ ਪਏ ਨੇ ਜਿਹੜੇ ਕਰਦੇ ਆ ਵਧੀਆ ਗੱਲ ਪਰ ਸਾਨੂੰ ਮੈਂ ਚਾਹੁੰਦਾ ਕਈ ਬੇਟੀ ਸਾਰੇ ਜਿਹੜੇ ਅਸੀਂ ਕੈਂਪ ਲਾਉਣ ਦਾ ਇੱਕ ਮਕਸਦ ਇਹ ਹੈਗਾ ਕਿ ਸਾਡੇ ਵਿੱਚ ਸਾਰੇ ਜਿਹੜੇ ਤੁਸੀਂ ਆ ਰਹੇ ਹੋ ਬੱਚੇ ਵੱਡੇ ਹੋ ਰਹੇ ਸਾਡੇ ਵਿੱਚ ਅਸੀਂ ਜਿਹੜੇ ਭਾਵੇਂ ਉਮਰ ਦੇ ਵੱਡੇ ਹੋਵਾਂਗੇ
that doesn't mean कि ਅਸੀਂ ਤੁਹਾਨੂੰ ਬਹੁਤ ਜ਼ਿਆਦਾ ਜਾਣਦੇ ਹਾਂ। ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਕਿ ਅਸੀਂ ਸੇਵਾ ਕਿਉਂ ਕਰ ਰਹੇ ਹਾਂ, ਕਿਹੜੀ ਸੇਵਾ ਕਰ ਰਹੇ ਹਾਂ। ਜੇ ਸੇਵਾ ਕਰਨੀ ਹੈ ਇਸ ਤੋਂ ਸੱਚੀ ਮਨ ਨੂੰ ਮਿਟਾਉਣਾ ਹੈ ਤੇ ਮਨ ਨੂੰ ਅਸੀਂ destroy ਕਰਨ ਦੀ ਕੋਸ਼ਿਸ਼ ਕਰਨੀ ਹੈ। If you want to destroy our ego, then let us pick those sevas that nobody is watching. Nobody wants to do those sevas. Let's go clean the toilets in the gurdwaras. Let's go to Langar Seva when nobody is watching us. Whole seva kariye. There are many different kinds of seva. So seva of humanity is the second kind of seva. We will talk about that. And seva karni कितनी है? और तो सी पाइन न्यूज़ से तो पहले लेक्चर सुनिया सी उधर उन्होंने ऐड शब्द थोड़ी व्याख्या की थी. And I think this is so important. I wanted to bring this show back again. तो पाइन गुरदास जी की आवाज़ जड़ी है कि सादा जड़ा जीवन है ਅਸੀਂ ਗੱਲ ਤਾਂ ਇਹ ਹੈ ਨਾ ਕਿ ਸਾਡਾ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਬਤੀਤ ਕਰਨਾ ਹੈ। ਗੁਰੂ ਸਾਹਿਬ ਸਾਨੂੰ ਕੀ ਦੱਸ ਰਹੇ ਨੇ ਕਿ ਸਾਡਾ ਕੰਮ ਕੀ ਹੈ। How are we supposed to live our life, living on this earth? ਪਿੱਛੇ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਕਰਾਏ, ਮਿੱਠਾ ਬੋਲਣ। ਹਮ ਨਹੀਂ ਬਸ ਅਸੀਂ ਕਹਿੰਦੇ ਹਾਂ ਨਾ ਗੱਲ ਕਰਦੇ ਹਾਂ ਕਿ ਕਈ ਵਾਰੀ ਆਮ ਤੌਰ ਤੇ ਅਸੀਂ ਭੈਣਾਂ ਭਰਾਵਾਂ ਨਾਲ ਅਸੀਂ ਗੁੱਸੇ ਹੋ ਕੇ ਬੋਲਦੇ ਹਾਂ। ਜਦੋਂ ਸਾਡੇ ਪੇਰੈਂਟ ਕੁਝ ਕਹਿੰਦੇ ਨੇ ਸਾਨੂੰ ਗੁੱਸਾ ਚੜ ਜਾਂਦਾ ਹੈ। कर लवांगे काम ठीक है कथा करना मेरा ठीक करो कर ला आई गो ठीक है अपसेट तो गुरु साहब भाई साहब कहते रहे मिठा बोलना you have to inculcate this habit कि सारे नाल सी मिठा बोलिए मिठा बोलन मिल चलन हथों दे के भला बनाए थोड़ा सवना खावना थोड़ा बोलन गुरमत पाए ਅਸੀਂ all want all different kinds of foods to eat, right? अब एक ही कितने जैसे तरह ਦੇ ਖਾਣੇ ਸੀਗੇ ਪੀਜ਼ਾ ਹੋ ਗਿਆ ਇਹ ਬੁਰੀਟੋ ਹੋ ਗਿਆ ਅਸੀਂ we all want different kinds of food ਜੋ ਖਾਣਾ ਮਿਲਦਾ ਹੈ ਪੇਟ ਭਰ ਭਰ ਕੇ ਖਾਂਦੇ ਆ and sometimes we don't even realize ਕਿੰਨਾ ਖਾ ਲਿਆ ਸੀ right तो ਭਾਈ ਸਾਹਿਬ ਕਹਿੰਦੇ ਥੋੜਾ ਸਮਣਾ ਖਾਵਣਾ ਥੋੜਾ ਬੋਲਣ ਅਸੀਂ ਥੋੜਾ ਬੋਲਣ ਦਾ ਮਤਲਬ ਨਹੀਂ ਕਿ ਬੋਲਣਾ ਹੀ ਨਹੀਂ ਹੈਗਾ ਕੁਝ ਕਿ ਜੋ ਅਸੀਂ ਮੂੰਹ ਚੋਂ ਕੱਢਦੇ ਪਏ ਆ ਉਹਦੇ ਨਾਲ ਕਿਸੇ ਦਾ ਫਾਇਦਾ ਹੋ ਰਿਹਾ ਕਿਸੇ ਦਾ ਭਲਾ ਹੋ ਰਿਹਾ ਤੇ ਕਿਸੇ ਦਾ ਨੁਕਸਾਨ ਹੋ ਰਿਹਾ ਦਰ ਕੋਲ ਮੈਂ ਥੋੜਾ ਬੋਲ ਕਿ ਬੋਲੋ ਹੀ ਨਾ ਜਿਹਦੇ ਨਾਲ ਤੇ ਕਿਸੇ ਹੋਰ ਦਾ ਨੁਕਸਾਨ ਹੁੰਦਾ ਹੋਵੇ ਕਿਸੇ ਹੋਰ ਦਾ ਦਿਲ ਦੁਖਦਾ ਹੋਵੇ ਹੁਣ ਤੁਹਾਡੇ ਛੋਟੇ ਭਰਾ ਨੇ ਉਹਨੂੰ ਤੁਸੀਂ ਗੁੱਸੇ ਕਰੋਗੇ ਗੁੱਸੇ ਨਾਲ ਬੋਲੋਗੇ ਉਹਦਾ ਜਿਹੜਾ ਹਿਰਦਾ ਹੈ ਉਹ ਦੁਖੇਗਾ ਨਹੀਂ ਯੈਸ অর ਨੋ ਸੋ ਅਸੀਂ ਉਹ ਬੋਲ ਰਹੇ ਹਾਂ ਜਿਹਦੇ ਨਾਲ ਕਿ ਕਿਸੇ ਹੋਰ ਦਾ ਦਿਲ ਦੁਖਾ ਰਹੇ ਹਾਂ so let's focus let's concentrate ਅਸੀਂ how are we supposed to live our life ਅਸੀਂ ਬੱਚੇ ਹੈਗੇ ਆ ਪੇਰੈਂਟਸ ਦਾ ਕਹਿਣਾ ਨਹੀਂ ਮੰਨਦੇ ਪੇਰੈਂਟਸ ਸਾਨੂੰ ਕੁਝ ਸਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਦੋਂ ਅਸੀਂ ਉਹਨਾਂ ਨੂੰ ਗੁੱਸੇ ਨਾਲ ਬੋਲਦੇ ਹਾਂ and that is let's think about ਕਿ ਅਸੀਂ ਜੋ ਬੋਲਣ ਲੱਗੇ ਆ ਕਿਸ ਤਰ੍ਹਾਂ ਬੋਲ ਰਹੇ ਹਾਂ ਤਾਂ ਖਾਏ ਸੁਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਣਾਏ ਵੱਡਾ ਹੋਏ ਜੇ ਮੈਂ ਡਾਕਟਰ ਬਣ ਗਿਆ ਤੇ ਇਹ ਨਹੀਂ ਕਹਿਣਾ ਕਿ ਮੈਂ ਡਾਕਟਰ ਬਣਿਆ ਮੈਂ ਹੀ ਸਭ ਕੁਝ ਹਾਂ ਤੇ ਉਸ ਦੀ ਦਾਤ ਦਿੱਤੀ ਹੈ just always remember ਕਿ ਦਾਤ ਸਾਰੀ ਅਕਾਲ ਨੂੰ ਦਿੱਤੀ ਹੋਈ ਹੈ ਵੱਡਾ ਹੋਏ ਨਾ ਆਪ ਬਣਾਏ ਅਖੀਰ ਫਿਰ ਕਹਿੰਦਾ ਸਾਧ ਸੰਗਤ ਬਿਲ ਗਾਮ ਦੇ ਰਾਤ ਦੇਹ ਨਿਤ ਚੱਲ ਜਾਏ ਸਾਧ ਸੰਗਤ ਆਣਾ ਕਿਉਂ ਜ਼ਰੂਰੀ ਹੈ ਇਹ ਵੀ ਸਾਰੀ ਸੇਵਾ ਹੀ ਹੈ this whole ਸ਼ਬਦ is about seva. Seva क्योंकि we discussed कि seva की है how to live life जीवन किस तरह जीना है ये हम ਦੱਸਿਆ ਫਿਰ ਸਾਧ ਸੰਗਤ ਆ ਕੇ ਸਾਧ ਸੰਗਤ ਆਉਣਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਕੀਰਤਨ ਵਿੱਚ ਬਾਣੀ ਵਿੱਚ ਜੁੜ ਕੇ ਆਪਣੇ ਮਨ ਨੂੰ ਹੋਰ ਸੰਗਤੀ ਰੂਪ ਵਿੱਚ ਹੋਰ ਅਸਰ ਹੁੰਦਾ ਹੈ ਮਨ ਨੂੰ ਲਾਗੂ ਕਰਨ ਦਾ ਸ਼ਬਦ ਸੁਰਤ ਪਰਚਾ ਕਰੇ ਸਤਿਗੁਰ ਪਰਚਾ ਮਨ ਪਰਚਾ ਹੈ ਨਾਮ ਜਪਣਾ ਕਿੰਨਾ ਜ਼ਰੂਰੀ ਹੈ ਆਸਾ ਵਿੱਚ ਨਿਰਾਸ਼ ਲਾਏ important last line you should have hopes you should have desires Guru Sahib ne कहते कि आशा नहीं होनी चाहिए हाँ because we want to इस दुनिया में चलना है हमें तरक्की भी करनी है we want to pass our exams we want to become some किसी पौधे तक पहुंचना जरूरी है पर जे नहीं मिलता तो निराश ना होइए आशा विच निराश लाए आशा विच रहंदे होए while living with hopes and desires, you remain detached. कि जे नहीं मिला तो कोई गुरु की रज़ा ही है जे मिल गया तो गुरु की वाह जे मिला तो नहीं मिला तो गुरु की रज़ा ये हैगा आशा ते निराश होना
So now, before we do seva of humanity, ਲੋਕਾਂ ਦੀ ਸੇਵਾ ਕਰਨੀ, ਕਿਉਂਕਿ ਸੇਵਾ ਜਿਹੜੀ ਹੈ ਇਹ ਹੋਰਨਾਂ ਦੀ ਸੇਵਾ ਮਤਲਬ ਹੈ ਕਿ ਆਪਣੇ ਤੋਂ ਬਾਹਰ ਦੇ ਕਿਸੇ ਇਨਸਾਨ ਦੀ ਸੇਵਾ ਕਰਨੀ। ਤੇ ਉਹਦੇ ਵਾਸਤੇ ਇੱਕ ਐਸੈਂਸ਼ੀਅਲ ਇੰਗਰੀਡੀਐਂਟ ਹੈਗਾ ਪ੍ਰੇਮ, ਪਿਆਰ, ਭਾਵ। ਜੇ ਸਾਡੇ ਅੰਦਰ ਪ੍ਰੇਮ ਨਹੀਂ ਹੈ, ਅਸੀਂ ਗੁੱਸੇ ਦੀ ਸੇਵਾ ਕਰ ਰਹੇ ਹਾਂ, ਗੁੱਸੇ ਦੀ ਸੇਵਾ ਕਰਨਾ ਕੋਈ ਫਾਇਦਾ ਨਹੀਂ। ਜੇ ਅਸੀਂ ਕਰ ਰਹੇ ਹਾਂ ਵੀ ਹਾਂ ਕਰਨਾ ਪੈ ਰਿਹਾ ਹੈ ਸਾਨੂੰ, we are forced to do this, that's not seva. So पहला ingredient है प्रेम, अंदर अपने प्रेम वसाना करना। प्रेम वसा के सेवा and प्रेम are interdependent. You cannot do one without the other. Without prem, seva just becomes a ritual. सानू गुरु साहब ने दस्या कि ritual important है कि नहीं है, right? Is ritual important? No. There is a role for ritual. ਅਸੀਂ ritual ਕਰਦੇ ਹਾਂ, ਪਰ ritual ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਹ ritual ਜੇ ਅਸੀਂ ਮਤਲਬ ਉੱਠਦੇ ਹਾਂ, ਅਸੀਂ ਧਿਆਨ ਨਾਲ ਜੁੜਦੇ ਹਾਂ, ਬਾਣੀ ਨੂੰ ਜੁੜਦੇ ਹਾਂ, ਤੇ ਉਹ ritual ਨਹੀਂ ਹੈ। ਜੇ ਅਸੀਂ ਰੋਜ਼ ਉੱਠਦੇ ਹਾਂ ਤੇ ਅਸੀਂ ਤਿਆਰ ਹੁੰਦੇ ਹਾਂ ਤੇ ਫਟਾਫਟ ਕੀਤਾ ਨਾ ਕੀਤਾ ਤੇ ਬਰਾਬਰ ਹੈ, that becomes a ritual. So ਸੇਵਾ becomes a ritual ਜੇ ਸਾਡੇ ਅੰਦਰ ਪ੍ਰੇਮ ਨਹੀਂ ਹੈ, ਜੇ ਪਿਆਰ ਨਾਲ ਸੇਵਾ ਨਹੀਂ ਕਰਦੇ, then ਸੇਵਾ ਉਹਦਾ ਕੋਈ meaning ਨਹੀਂ ਹੈ, without meaning. Now how many of you know Bhai Manji Saki? Okay, who wants to tell the story? थोड़ा दसो की साथी सी? Bhai Manji लकड़ा लेके आते थे के लंदन वास्ते, and one day he was coming and he fell into the well. ਤੇ ਗੁਰੂ ਸਾਹਿਬ ਭੱਜ ਕੇ ਗਏ ਤੇ ਉਹਨਾਂ ਨੇ ਕਿਹਾ ਰਸਤਾ ਜਦੋਂ ਪਾਣੀ ਘੱਟ ਸੀਗਾ ਉਦੋਂ ਭਾਈ ਮਾਂਜੀ ਨੇ ਸਿਰ ਤੇ ਰੱਖੀ ਰੱਖੀਆਂ ਲੱਤਾਂ, ਬਟ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਰੱਸਾ ਫੜ ਕੇ ਉੱਪਰ ਆ ਜਾਓ, ਕਹਿੰਦੇ ਮੈਂ ਨਹੀਂ ਪਹਿਲਾਂ ਆਉਣਾ, ਪਹਿਲਾਂ ਤੁਸੀਂ ਲੰਗਰ ਵਾਸਤੇ। We all know that ਸਾਥੀ, but ਜਿਹੜੇ ਸਾਰੇ ਨੇ ਸੁਣਿਆ ਕੀ ਕਿਹਾ ਉਹਨਾਂ ਨੇ ਕਿ ਭਾਈ ਮਾਨ ਜਦੋਂ ਲੱਕੜਾਂ ਦੀ ਸੇਵਾ ਕਰਦੇ ਹੁੰਦੇ ਸੀਗੇ ਤੇ ਇੱਕ ਵਾਰੀ ਆਂਦਿਆਂ ਕੁਝ ਡਿੱਗ ਪਏ ਤੇ ਗੁਰੂ ਸਾਹਿਬ ਨੇ ਫਲਾਵਰ ਭੇਜਿਆ। That is true, but ਜਿਹੜੀ ਸਾਥੀ ਅਸਲੀ ਉਸ ਤੋਂ ਪਹਿਲਾਂ ਜਿਹੜੀ ਗੱਲਾਂ ਨੇ ਨਾ, ਉਹਦੇ ਗੁਰੂ ਸਾਹਿਬ ਨੇ ਭਾਈ ਮੰਝ ਦੀ ਬੜੀ ਵੱਡੀ ਪ੍ਰੀਖਿਆ ਲਈ ਸੀ। ਹੁਣ ਮੈਂ ਸੋਚਦਾ ਹੁੰਦਾ ਕਿ ਜੇ ਮੈਂ ਉੱਥੇ ਹੁੰਦਾ ਤੇ I would have definitely failed this test। ਉਹਨਾਂ ਨੇ ਆਪਣਾ ਸਾਰਾ ਕੁਝ ਤਿਆਗ ਦਿੱਤਾ। He was a very well respected citizen, ਸਖੀ ਸਰਵਰ ਦੇ ਪੁਜਾਰੀ ਸੀਗੇ, and he was very well respected in this community। ਬੜੇ ਚੇਲੇ ਸੀ ਉਹਨਾਂ ਦੇ। ਤੇ ਜਦੋਂ ਗੁਰੂ ਕੇ ਸਿੱਖ ਬਣੇ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਪ੍ਰੀਖਿਆ ਲਈ। ਪ੍ਰੀਖਿਆ ਕੀ ਲਈ ਉਹਨਾਂ ਨੇ ਕਿ ਦੇਖਦੇ ਆ ਕਿ ਇਹਦੇ ਵਿੱਚੋਂ ਹਉਮੈ ਕਿੰਨੀ ਕੁ ਹੈਗੀ ਹੈ, ਤੇ ਉਹਨਾਂ ਨੇ ਸਾਰਾ ਘਰ ਉਜੜ ਗਿਆ। ਉਹਨਾਂ ਨੇ ਸਾਰਾ ਘਰ ਉਜੜ ਗਿਆ। Not only that, he had to ਉਹਨਾਂ ਦੀ ਕਹਿੰਦੇ ਨੇ ਬੇਇੱਜ਼ਤੀ ਹੋਣ ਲੱਗ ਪਈ ਪਿੰਡ ਦੇ ਵਿੱਚ। So much so that he had to move from his ਪਿੰਡ। ਇਹਨੇ ਵੱਡੇ ਅਹੁਦੇ ਤੇ ਹੁੰਦਿਆਂ ਹੋਇਆਂ ਵੀ ਉਹ ਚਲੇ ਗਏ ਦੂਜੇ ਪਿੰਡ ਜਾ ਕੇ ਤੇ ਉਹ ਸੇਵਾ ਕਰਨ ਲੱਗ ਪਏ। ਥੋੜਾ ਬਹੁਤ ਜਿੱਦਾਂ ਉਹਨਾਂ ਨੂੰ ਉਹਨਾਂ ਦੀ ਕਮਾਈ ਹੁੰਦੀ ਸੀ just to bear survival ਵਾਸਤੇ। ਤੇ I don't want to go into the whole Saki. You can, and I think you should go and read Bhai Manji Saki. The point here is ਕਿ ਉਹਨਾਂ ਨੇ ਸਾਨੂੰ ਦਰਸਾਇਆ ਕਿ ਸੇਵਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਮਨ ਨੂੰ ਕਿਸ ਤਰ੍ਹਾਂ ਮਾਰਨਾ ਹੈ। ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ when we do ਸੇਵਾ ਤੇ ਉਸ ਤੋਂ ਬਾਅਦ ਸਾਨੂੰ ਕੁਝ if we really want to achieve something in life ਸਾਨੂੰ ਨਹੀਂ ਮਿਲਦਾ, ਅਸੀਂ ਨਿਰਾਸ਼ ਹੁੰਦੇ ਹਾਂ। ਇੰਨੀ ਸੇਵਾ ਕੀਤੀ ਸੀ ਗੁਰੂ ਸਾਹਿਬ ਨੇ ਫਿਰ ਵੀ ਸਾਨੂੰ ਨਹੀਂ ਦਿੱਤਾ। How many of us have ever said that before? Whatever thought about it, ਇੰਨੀ ਸੇਵਾ ਕੀਤੀ, ਇੰਨਾ ਨਾਮ ਜਪਿਆ, ਇੰਨਾ ਕੁਝ ਕੀਤਾ ਤੇ ਫਿਰ ਵੀ ਮੈਂ ਇਹ ਨਹੀਂ ਮਿਲਿਆ, we got all depressed, right? That's human nature। ਇਹ ਸਾਥੀ ਦਰਸਾਉਂਦੀ ਹੈ ਕਿ ਠੀਕ ਹੈ, ਗੁਰੂ ਦਾ ਭਾਣਾ ਮੰਨਣਾ ਬਹੁਤ ਜ਼ਰੂਰੀ ਹੈ। ਇਹ ਲਾਈਫ ਸਿੱਖਾਂ ਵਾਸਤੇ, ਸਪੈਸ਼ਲੀ ਸਿੱਖਾਂ ਵਾਸਤੇ ਗੁਰੂ ਸਾਹਿਬ ਨੇ ਲਾਈਫ ਸੌਖੀ ਨਹੀਂ ਬਣਾਈ। ਤੇ ਹਰ ਇੱਕ ਪੈਰ ਤੇ ਟੈਸਟ ਹੁੰਦੇ ਨੇ ਸਾਡੇ, and we have to realize that ਸਾਡੇ ਟੈਸਟ ਜਿਹੜੇ ਨੇ, are we going to pass this test or not? Are we strong enough to understand Guru's ਹੁਕਮ ਤੇ ਜੋ ਹੁੰਦਾ ਹੈ, ਜੋ ਕੁਝ ਹੋ ਰਿਹਾ ਹੈ। So our Sikh history is replete with ਇੰਨੀਆਂ ਜਿਹੜੇ ਸਾਡੀਆਂ ਸ਼ਹੀਦੀਆਂ ਹੋਈਆਂ ਨੇ, ਵੀ ਉਹਨਾਂ ਨੇ ਉਹ ਨਹੀਂ ਕਹਿ ਸਕਦੇ ਸੀਗੇ ਵੀ ਸਾਨੂੰ ਨਾਮ ਕਰਕੇ ਕੀ ਮਿਲਿਆ। ਉਹ ਭਾਣੇ ਵਿੱਚ ਰਹਿਣਾ, ਗੁਰੂ ਦੀ ਆਗਿਆ ਨੂੰ ਮੰਨਣਾ, ਆਪਣੇ ਮਨ ਨੂੰ ਮਾਰਨਾ ਕਿ ਜੋ ਹੋ ਰਿਹਾ ਕਾਲਪੁਰ ਦੇ ਕਾਰਨ ਇਹ ਠੀਕ ਹੋ ਰਿਹਾ, ਅਸੀਂ ਉਹਨੂੰ ਹੱਸ ਕੇ ਔਰ ਮੱਥੇ ਰਹਿਣਾ। ਇਹ ਸਾਥੀ ਭਾਈ ਮੰਝ ਦੀ ਜਿਹੜੀ ਹੈ, that illustrates this point of how to remain humble, how to do ਸੇਵਾ। ਜੇ ਅਸੀਂ ਸੇਵਾ ਕਰਨੀ ਹੈ ਨਾ, ਇਸ ਤਰ੍ਹਾਂ ਦੀ ਸੇਵਾ ਕਰਨੀ ਸ਼ੁਰੂ ਕਰੀਏ। Now, ਅਸੀਂ ਕਹਿੰਦੇ ਆ talk about ਕਿ
ਗੁਰਦੁਆਰੇ ਦੀ ਸੇਵਾ ਐਂਡ ਟੈਕਸ ਦਾ whenever we talk about ਸੇਵਾ ਆਮ ਤੌਰ ਤੇ ਗੱਲਾਂ ਸੁਣ ਚਾਹੀਆਂ ਨੇ ਕਿ ਸੇਵਾ is not only in the ਗੁਰਦੁਆਰਾ, ਬਾਹਰ ਜਾ ਕੇ ਸੇਵਾ ਕਰਨੀ ਚਾਹੀਦੀ ਹੈ, very true, but ਸੇਵਾ starts from the ਗੁਰਦੁਆਰਾ। ਅਸੀਂ ਗੁਰਦੁਆਰੇ ਵਿੱਚ ਆ ਕੇ ਸੇਵਾ ਕਰਾਂਗੇ ਨਹੀਂ ਸਾਨੂੰ ਪਤਾ ਨਹੀਂ ਲੱਗਣਾ ਸੇਵਾ ਕਰਨੀ ਕਿਸ ਤਰ੍ਹਾਂ ਦੀ ਜ਼ਰੂਰੀ ਹੈ। ਗੁਰਦੁਆਰਾ is like a training camp, so if we want to start ਸਾਨੂੰ ਪਤਾ ਅਸੀਂ ਕਿਸੇ ਜਦੋਂ ਹੁੰਦੇ ਆ ਕਿਸੇ ਰਾਹ ਤੇ ਚੱਲਣਾ ਹੁੰਦਾ ਹੈ we have to start somewhere। ਹੁਣ ਅਸੀਂ ਇਹਦਾ ਨਹੀਂ ਕਿ ਬਾਹਰ ਜਾ ਕੇ ਅਸੀਂ ਸੇਵਾ ਸਾਰੇ ਨਹੀਂ ਕਰ ਸਕਦੇ, so let's start ਸੇਵਾ from the ਗੁਰਦੁਆਰਾ and then obviously seva is not limited to the gurdwara, seva baahar bhi karni zaruri hai, but let's at least start from the gurdwara। तो मैं पता कर कि किसी गुरुद्वारे में कितनी सेवा हो सकती है, so call out what kind of different seva can you do in the gurdwara। जोड़े की सेवा, what else? हाँ जी, भांडे की सेवा, what else? हाँ जी, इन्हें कपड़ झाड़ने, क्लीनिंग द रूम, हाँ जी, चौर साफ सेवा, ओके, टॉयलेट बाथरूम, हाँ जी, टॉयलेट बाथरूम क्लीनिंग, टॉयलेट बाथरूम क्लीनिंग, yes, so let's start जैसी कोई सेवा करना चाहते हैं, let's all दोनों कर जा रहे हैं वापस, today we're going home after this, ਤੇ ਘਰ ਨੂੰ ਜਾ ਕੇ ਜੋ ਅਸੀਂ ਸਿਰਫ ਸੰਡੇ ਨੂੰ ਜਾ ਕੇ ਜਿਹੜੇ ਗੁਰਦੁਆਰੇ ਜਾਂਦੇ ਆ, ਲੈਟਸ ਮੇਕ ਇਟ ਅ ਪੁਆਇੰਟ ਕਿ ਜਾ ਕੇ ਕੋਈ ਨਾ ਕੋਈ ਸੇਵਾ ਜ਼ਰੂਰ ਕਰਨੀ ਹੈ। ਪਰ ਮੈਂ ਕਹਾਂਗਾ ਬਾਕੀ ਮੇਰੇ ਖਿਆਲ ਨੇ ਯੂ ਹੈਵ ਟੂ ਆਲਸੋ ਲੁੱਕ ਇਟ ਫਰਮ ਯੋਰ ਪਰਸਪੈਕਟਿਵ, ਮਾਈ ਪਰਸਪੈਕਟਿਵ ਆਈ ਵੁੱਡ ਪ੍ਰੀਫਰ ਟੂ ਸਟਾਰਟ ਡੂਇੰਗ ਸੇਵਾ ਜਿਹੜੀ ਹੋਰ ਕੋਈ ਸੇਵਾ ਨਹੀਂ ਕਰ ਰਿਹਾ। Start doing seva जिथे और कोई लोग नहीं देख रहे, you're doing it just for the pure idea of doing seva, not for any recognition। कीर्तन करना है और कीर्तन करो, you know, but मैनू ख्याल आता है कि जो मेरे भाई दसदे होंदे सीगे एक वो जयपुर रहंदे सी ते पुरातन गुरसिख सी जेडे भाई साहब ने संगत कीती सी उन्हां सी कर्नल प्यारा सिंह, ते ओ कर्नल प्यारा सिंह कहंदे होंदे सीगे कहते कीर्तन करने वालों दो गल्लां मेरियां कान खोल के सुन लो, कीर्तन करन दा बुखार ना होवे ते कीर्तन करन तो इनकार ना होवे। बुखार का की मतलब है कि मैं कीर्तन करना है, मेरी बारी कदों आएगी कीर्तन करन दी, कि मेरी बारी नहीं आई तो मैनू गुस्सा चढ़े, मैनू क्यों नहीं टाइम मिला कीर्तन करन दा। जदों ते इनकार भी ना होवे, इनकार नहीं मैं नहीं कीर्तन, मैंने कुछ बोलो तो मैं नहीं करना, वो भी हम है बिकॉज यू वांट पीपल तो ज़्यादा कुछ खिंच के लैके आके कीर्तन करो। तुम जो किसी ने कहा जी कीर्तन करो, हाँ जी, तो आराम से आके कीर्तन की वारी लै ली। जो किसी ने नहीं कहा कीर्तन करने वास्ते तो कीर्तन सिर्फ कीर्तन बाणी जी है तो बाजे बजाने नहीं पई, कीर्तन है असं सारे इकट्ठे रल के कीर्तन करना है, तो जे होर कोई कीर्तन कर रहा है तो असं नाल बाणी पढ़ रहे हैं, तो जे असं नाल बाणी पढ़ रहे हैं असं उन्ना ही कीर्तन कर रहे हैं। It doesn't mean कि जे मेरी सेवा सिर्फ वाजे पे बैठ के या तबले पे बैठ के मेरी सेवा प्रवान है, कि जैसे कीर्तन करना है नाल बैठ के गाज बाज के कीर्तन के लिए हमने देखा आमतौर पर स्थानों में देखा है कि सारे जो कीर्तन होंगे ने तो सिर्फ जो अपनी बारी आती है गाज बाज के बोलने में तो होर कोई कीर्तन कर रहे हैं तो सुधा के चुप करके बह जाते हैं। जी कीर्तन करना है, you really want to do कीर्तन, then you do कीर्तन with everybody, sing along with the same josh and same और जिले आवाज नाल जो जिस बाजे नाल कीर्तन करते हैं सेम आवाज नाल सेम जोर नाल जोश नाल होना नाल भी कीर्तन करो, बच्चों का नाल भी कीर्तन करो। ये सानू साडे रीति जिहड़ी है ना खत्म होती जा रही है। जो अखाड़े कीर्तन समारोह शुरू होए सीगे सारे रल के कीर्तन करते सी, कोई किसी को नहीं पता होता भी कौन बाजे ते बैठा है, ਜਿਹੜਾ ਵਾਜੇ ਤੇ ਬੈਠਾ ਹੈ ਕੀਰਤਨ ਚਲੀ ਜਾ ਰਿਹਾ ਜਾਂ तो 2 घंटे 4 घंटे हो गए कोई नहीं। ਅਸੀਂ ਲੈਣਾ ਕੀਰਤਨ ਕਰਨਾ मतलब ਕੀ ਹੈ, ਕੀਰਤਨ ਦਾ मतलब ਹੈ ਅਸੀਂ ਸੇਵਾ ਕਰ ਰਹੇ ਹਾਂ ਗੁਰੂ ਦੀ, ਪਰ ਅਸੀਂ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਲਾਹਾ ਲੈਣਾ ਗੁਰਬਾਣੀ ਤੋਂ, ਨਾ ਕਿ ਅਸੀਂ ਆਪਣੀ ਵਾਹਵਾ ਕਰਾਣੀ ਕਿ ਮੈਂ ਕੀਰਤਨ ਕੀਤਾ ਸੀਗਾ, ਮੈਂ ਉੱਥੇ ਜਾ ਕੇ ਸੇਵਾ ਕੀਤੀ ਸੀ। ਹੁਣ ਜਦੋਂ ਸਮਾਗਮ ਤੇ ਜਾਂਦੇ ਆ ਅਸੀਂ ਜਾ ਕੇ YouTube ਤੇ ਦੇਖਦੇ ਆ ਜਾਂ ਸਮਾਗਮ ਜਦੋਂ ਲਾਈਵ ਆਉਂਦਾ ਉਹ ਮੇਰੇ ਬੱਚੇ ਦੀ ਵਾਰੀ ਆਈ ਕਿ ਨਹੀਂ ਆਈ, ਉਹਨੇ ਮੇਰੇ ਭਰਾ ਨੇ कीर्तन किया कि नहीं किया, ये सारे भरा नहीं है।
इन्हें उसे सेवा करनी है ना, लेट्स स्टार्ट डूइंग सेवा। अपने अंदर सेवा की जी आइडिया है वृत्ति को बनाइए। सो गुरुद्वारे में आना है, सेवा करनी है, बिकॉज दिस इज अ ट्रेनिंग कैंप। वी वांट टू स्टार्ट इनकलकेटिंग द हैबिट्स ऑफ डूइंग सेवा फ्रॉम द गुरुद्वारा। उस तो बाद ਅਸੀਂ ਬਾਹਰ ਜਾ ਸਕਦੇ ਹਾਂ। ਬਾਹਰ ਕਿਹੜੀ ਸੇਵਾ ਕਰ ਸਕਦੇ ਹਾਂ, ਤਾਂ ਥੋੜਾ ਜਿਹਾ ਦੱਸਿਆ ਸੀਗਾ ਪਹਿਲਾਂ ਭਾਈ ਸਾਹਿਬ ਨੇ। ਸੋ ਸੇਵਾ ਕਿੱਥੇ ਕਰਨੀ ਹੈ? ਗੁਰਦੁਆਰੇ ਤੋਂ ਬਾਹਰ ਜਾਵਾਂਗੇ, ਉੱਥੇ ਸੇਵਾ ਕਰਨੀ ਚਾਹੀਦੀ ਹੈ ਜਿੱਥੇ ਨੀਡ ਹੈ ਸੇਵਾ ਦੀ। ਹੁਣ ਜੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ, ਕਿਸੇ ਨੂੰ ਫਿਜ਼ੀਕਲ ਹੈਲਪ ਦੀ ਲੋੜ ਹੈ, ਕਿਸੇ ਨੂੰ ਕੋਈ ਇਮੋਸ਼ਨਲ ਹੈਲਪ ਦੀ ਲੋੜ ਹੈ, ਦਿਸ ਇਜ਼ ਨਾਟ ਸੇਵਾ। ਸੇਵਾ ਦਾ ਮਤਲਬ ਹੈ ਕਿ ਤੁਸੀਂ ਅਕਾਲ ਪੁਰਖ ਦੇ ਜਿਹੜੇ ਦਿੱਤੇ ਹੋਏ ਨੇ, ਜਿਹੜੀ ਬਣਾਈ ਹੈ ਅਕਾਲ ਪੁਰਖ ਨੇ ਰਚਨਾ, ਉਹ ਰਚਨਾ ਦੀ ਸੇਵਾ ਕਰਨੀ ਹੈ। ਸੇਵਾ ਆਫ ਹਿਊਮੈਨਿਟੀ ਹੈ। ਤੇ ਸਿਰਫ ਇਹ ਨਹੀਂ ਕਰਕੇ ਪ੍ਰਚਾਰ ਕਰਨਾ। ਜਦੋਂ ਪਿੱਛੇ ਦੇਖ ਲਓ ਪਿੰਡੀ ਵਿੱਚ ਹੋਇਆ ਸੀਗਾ, ਪਰਕੂਤ ਆਇਆ ਸੀ, ਸਾਰੇ ਕਹਿੰਦੇ ਜਾ ਕੇ ਗੱਡੀ ਜਾ ਕੇ ਸੇਵਾ ਕਰੀਏ। ਫਾਈਨ, ਗੁੱਡ, ਡੂ ਸੇਵਾ ਵੇਅਰ ਦੇ ਲੋੜ ਨਜ਼ਰ ਆਉਂਦੀ ਹੈ। ਪਰ ਅਸੀਂ ਜਾਂਦੇ ਹਾਂ ਘਰ ਸੀ ਕੋਈ ਸੇਵਾ ਕੀਤੀ ਨਹੀਂ, ਗੱਡੀ ਜਾਣ ਵਾਸਤੇ ਸਾਰੇ ਅਸੀਂ ਤੱਕ ਤਿਆਰ ਹੋ ਜਾਂਦੇ ਹੋ ਜਾ ਕੇ ਸੇਵਾ ਕਰਾਂਗੇ। ਕਿਉਂ? ਪਤਾ ਕਿ ਕਹਾਂ ਕਹਿਣਗੇ ਵੀ ਸਿੱਖਾਂ ਦਾ ਜੱਥਾ ਆਇਆ ਸੀ, ਉਹਨਾਂ ਨੇ ਸੇਵਾ ਕੀਤੀ। ਅਗੇਨ ਦਿਸ ਬਿਕਮਸ ਪਾਰਟ ਆਫ ਰੈਕਗਨੀਸ਼ਨ। ਸੋ ਸੇਵਾ ਜਿੱਥੇ ਲੋੜ ਹੈ ਜਾਓ। ਆਈ ਐਮ ਨਾਟ ਸੇਇੰਗ ਕਿ ਜਾਣਾ ਜ਼ਰੂਰੀ, ਜਾਣਾ ਠੀਕ ਨਹੀਂ ਹੈ, ਪਰ ਲੈਟਸ ਸਟਾਰਟ ਵਿਦ ਆਪਣੇ ਘਰਾਂ ਤੋਂ ਸੇਵਾ ਸ਼ੁਰੂ ਕਰੀਏ। ਕਿਸ ਬੰਦੇ ਨੂੰ ਕਿਸੇ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ, ਕਿਸੇ ਨੂੰ ਇਮੋਸ਼ਨਲ ਹੈਲਪ ਦੀ ਲੋੜ ਹੈ, ਕਿਸੇ ਨੂੰ ਕਿਸ ਚੀਜ਼ ਦੀ ਲੋੜ ਹੈਗੀ ਹੈ, ਉਹ ਛੋਟੀ ਛੋਟੀ ਸੇਵਾ ਕਰਨੀ ਸ਼ੁਰੂ ਕਰੀਏ। ਉਹ ਨਾਲ then we can expand outside the home. ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਮਹਾਰਾਜ ਨੇ ਜਦੋਂ ਸਥਾਪਨਾ ਕੀਤੀ ਸੀ ਦਰਬਾਰ ਸਾਹਿਬ ਦੀ, ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਅਗਲੇ 10 ਸਾਲਾਂ ਵਿੱਚ he only spent a few days here and there in ਹਰਿਮੰਦਰ ਸਾਹਿਬ। और 10 साल ਹਰਿਮੰਦਰ ਸਾਹਿਬ ਵਾਪਸ ਨਹੀਂ ਆਏ। ਬਲ ਆਏ 2-3 ਸਾਲ ਬਾਹਰ ਗਏ, ਆਏ ਥੋੜੇ ਦੇਰ ਲਈ 2-4 ਦਿਨ ਰਹਿ ਕੇ, ਥੋੜੇ ਹਫ਼ਤੇ ਰਹਿ ਕੇ, then he went out. He spent hardly a few days in the next 10 years after establishing Sri Harmandir Sahib। और 10 साल वास्ते उन्होंने सिर्फ थोड़े दिनों वास्ते वापस आए थे दरबार साहब में। He spent the next 10 years going around ਤੇ ਕਹਿ ਜਾ ਕੇ ਕੀ ਕਰਦੇ ਸੀਗੇ? और he dug up wells। ਲੋਕਾਂ ਦੀ ਭਲਾਈ ਵਾਸਤੇ, ਲੋਕਾਂ ਦੀ ਸੇਵਾ ਵਾਸਤੇ ਉਹਨਾਂ ਨੇ ਪਾਣੀ ਦਾ ਇੰਤਜ਼ਾਮ ਕੀਤਾ। ਉਹਨਾਂ ਨੇ ਦਰਖਤ ਲਗਵਾਏ ਜਾ ਕੇ ਟਰੀਜ਼, ਤਾਂ ਕਿ ਉਹਨਾਂ ਨੂੰ ਪਲਾਂਟੇਸ਼ਨਸ ਹੋ ਸਾਰਾ ਕੁਝ। ਪਹਿਲੇ ਵੀ ਜਿਹੜੀ ਸੇਵਾ ਲੋਕਾਂ ਦੀ ਉਸ ਦੌਰਾਨ ਇਸ ਲਾਹੌਰ ਵਿੱਚ ਫੈਮਿਨ ਹੋ ਗਈ ਸੀ। ਫੈਮਿਨ ਲਾਹੌਰ ਕਾਲ ਪੈ ਗਿਆ ਤੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਸਾਰੇ ਜਿਹੜੇ ਸਿੰਘ ਨੇ, ਸਾਰੇ ਸਿੱਖ ਜਿਹੜੇ ਨੇ, ਉਹ ਆਪਣੀ ਦਸਵੰਧ ਦੀ ਮਾਇਆ ਲਾਹੌਰ ਭੇਜਣ। ਜੇ ਕਿਸੇ ਨੇ ਕੋਈ ਸੇਵਾ ਕਰਨੀ ਹੈ, ਦਸਵੰਧ ਕਰਨਾ ਹੈ, ਸਾਰੇ ਲਾਹੌਰ ਆ ਕੇ ਉੱਥੇ ਉਹਨਾਂ ਨੇ ਸਾਰਿਆਂ ਦੀ ਸੇਵਾ ਕੀਤੀ। ਸੋ ਗੁਰੂ ਸਾਹਿਬ ਨੇ ਇਹ ਕਿਹਾ ਕਿ ਸੇਵਾ ਕਰਨੀ ਹੈ, ਬਾਹਰ ਜਾ ਕੇ ਸੇਵਾ ਕਰੋ। ਬਟ ਸੇਵਾ ਸਟਾਰਟਸ ਫਰਮ ਹੋਮ। ਅਸੀਂ ਕਿੰਨੇ ਹੈਗੇ ਆ ਜਿਹੜੇ ਘਰ ਵਿੱਚ ਸੇਵਾ ਕਰਦੇ ਆ? ਅਸੀਂ ਤਿਆਰ ਜਦੋਂ ਗੁਰਦੁਆਰੇ ਆਉਂਦੇ ਆ, ਹਾਂਜੀ ਲੰਗਰ ਦੀ ਸੇਵਾ ਕਰ ਦਿੱਤੀ ਹੈ, ਘਰ ਦੇ ਬੰਦੇ ਆ, ਸਾਡੇ ਮਾਤਾ ਪਿਤਾ ਕਹਿੰਦੇ ਨੇ ਭਾਂਡੇ ਧੋਵੋ। What is your response? Come on, be honest. I'll do it later. ऐसे कभी किसी ने क्या सेवा करो, बात करांगे। Have you ever said that in the लंगर हॉल? किसी ने मुझे सेवा देती है, या सेवा जाके दान होता, या जाके करांगे। ਘਰ ਵਿੱਚ ਕੀ ਹੋ ਜਾਂਦਾ? ਜੇ ਅਸੀਂ ਘਰ ਵਿੱਚ ਜਿਹੜੇ ਸਾਰੇ ਪਰਿਵਾਰ ਦੇ ਮੈਂਬਰ ਨੇ ਉਹ ਗੁਰੂ ਕੇ ਸਿੱਖ ਨਹੀਂ ਹੈਗੇ, तो एक कालपुरुष की जायदाद नहीं है। यही है ना कि ਅਸੀਂ सेवा करते हैं, उस कोई सेवा करते हैं जिथे सानू लगता है कि साडी सेवा लोगों ने प्रमाण करनी है। तो what can we do? So what kind of सेवा can we do at home? Toilet and bathroom cleaning. That's what we come to do now. So I don't expect you to do these bathrooms at home, okay? And so I want to hear from you, because this is for us all. ਅਸੀਂ ਹੁਣ ਘਰ ਵਿੱਚ let's do it ਨਾ, ਗੱਲ ਹੁੰਦੀ ਕਈ ਵਾਰੀ we want to make an impression, we want to ਵੀ ਵੱਡੀ ਗੱਲ ਕਰੀਏ, ਛੋਟੀਆਂ ਗੱਲਾਂ ਨਾਲ ਸ਼ੁਰੂ ਕਰੀਏ।
So what is the number one thing we can do at home? That means that signifies कि ਅਸੀਂ सेवा कर रहे हैं. हाँ जी. Make your bed before you go to school. Make your bed before you go to school. How many of us do that? How many people start doing that? और की सेवा कर सकते हैं? Come on, हाँ जी. सारा कुछ ठीक है. दस में एक गल लगी है. ਅਸੀਂ ਜਦੋਂ ਕਹਿੰਦੇ ਆ ਨਾ ਜੋ ਕੁਝ ਵੀ ਕਰਾਂਗੇ, that takes responsibility away from us because it doesn't become practical. Practical नहीं ਹੁੰਦਾ. ਅਸੀਂ ਕਹਿੰਦੇ ਆ ਵੀ ਜੋ ਸਲਾਹ ਮਿਲੇਗੀ ਕਰਾਂਗੇ. ਜੇ ਅਸੀਂ ਕਰੀਏ ਨਾ practical ਜਿਹੜਾ ਕਿ ਆਹ ਛੋਟੀ ਜਿਹੀ ਚੀਜ਼ ਮੈਂ ਕਰਾਂਗਾ और कोशिश करेंगे हमारा कृपा करांगे और फिर मन बैठता कि मैं और तो कुछ नहीं कर सकता और forget everything else. See, you will not remember everything you learned at the camp. That's not humanly possible. तो ये बहुत चीज़ें भूल जानियां ने. ठीक है, बहुत सारी चीज़ें ने वो कर जाओगे. Even you start going to school, you start going to college, you start going to your job and सारे काम से busy हो जाना है. You're going to forget a lot of things. most of us सारे ਜਿਹੜੇ ਉਮਰ ਦੇ ਨੇ ਇਹ ਸਾਰੇ ਚੀਜ਼ਾਂ ਅਸੀਂ ਪਹਿਲਾਂ ਸੁਣੀਆਂ ਹੋਈਆਂ ਨੇ. We still don't do it. It's not because our knowledge नहीं हैगी, but we forget. That is human nature. We will forget all these things. But so if we have in mind कि मैं आज चीज याद रखनी है कि आप I want to start doing this, and at least you have made one change in your life that will be the result of coming to this camp. So हर धार्मिक सेवा हर केड़ी कर सकते हैं. हाँ जी. ओके, लॉन की सेवा के जब पेरेंट्स किसी ने क्या है कि लॉन जब वीड करनी है जाना cut the grass. You're not going to say no कर लवांगे. You're going to do it because that's सेवा, right? What else? In the kitchen. पानी की सेवा. तो सारे पानी की सेवा is not just limited to our mothers or our sisters, right? ਅਸੀਂ ਜਿਹੜੇ ਬੰਦੇ ਆ ਸਾਨੂੰ ਅਸੀਂ ਨਹੀਂ ਕਰ ਸਕਦੇ ਆ ਭਾਂਡਿਆਂ ਦੀ ਸੇਵਾ, right? Maybe if you don't want to do cooking and stuff, but we can clean. ਕਹਿੰਦੇ ਕਿ ਭਾਂਡੇ how good will it be ਜਦੋਂ ਤੁਸੀਂ ਘਰ ਜਾ ਕੇ ਤੁਸੀਂ ਘਰ ਜਾ ਕੇ ਪਹਿਲਾ ਕੰਮ ਹੀ ਕਰੋ ਜਦੋਂ ਮੰਮੀ ਭਾਂਡੇ ਮਾਂਜਦੇ ਮੰਮੀ ਪਾਸੇ ਹਟ ਜਾਓ ਮੈਂ ਭਾਂਡੇ ਮਾਂਜਦਾ. And you start doing this every day. Imagine what will go through your parents' minds. And if we can we want to make things practical. Without even telling us what to do, we go and start doing Pandya di seva. Make it a habit to roll Rati Rasan to Gana, I'll go clean the Pandya, put it in the dishwasher or whatever. Without even having your parents ask you to do this. Imagine the bunch of key hoega. So doing seva of our parents or family, when सारे parents बुजुर्ग हो जाते हैं. What is the normal response in this country? ਅਸੀਂ ਕੀ ਕਰਦੇ ਹਾਂ ਆਪਣੇ ਬਜ਼ੁਰਗਾਂ ਦੇ ਨੂੰ ਕੀ ਕਰਦੇ ਹਾਂ ਆਪਾਂ? Send them to homes. Put them in nursing homes, right? Because we don't have time to take care of our elderly people. ठीक है. सारी हम होने जा रही है. We see this all the time. हम सारे अपने parents की सेवा नहीं करांगे. We don't really पेरेंट्स हाई ने उन्होंने सारी जिंदगी बजीन थानू बढ़िया किया सारा कुछ किया and now we're not doing any seva of our parents. So let's start doing seva. How can we do seva of Panth and community? What kind of seva can we do for the Panth? Anybody? Create awareness. What kind of awareness? गुरुद्वारे में जाके बच्चों को सेवा अपनी कम्युनिटी को सेवा करनी है. You heard a very inspiring lecture from my congregation the first day. Talk about my Panth. So I'm not going to go over that again because you already heard from him. कितनी सेवा ने give you examples of Gursikh जिन्होंने किस तरह की सेवावां कीतियां ने. हाँ जी. गुरबाणी ਵਿੱਚ ਸਾਨੂੰ ਉਪਦੇਸ਼ ਹੈ ਕਿ ਅਨਕ ਭਾਂਤ ਕਰ ਸੇਵਾ ਕਰੀਏ. हाँ जी. ਕੋਈ ਵੀ ਸੇਵਾ ਜਿਹੜੀ ਕਰਨ ਦੇ ਅਸੀਂ ਯੋਗ ਹੋਈਏ ਉਹ ਸੇਵਾ ਕਰ ਸਕਦੇ ਹਾਂ.
ਭਾਈ ਵਿਕਾਸ ਜੀ ਬਾਕੀ ਦੇ ਸਮਝਾਉਂਦੇ ਉਹ ਵੀ ਕਹਿੰਦੇ ਕਿ ਇੱਕ ਸ਼ਬਦ ਤੇ ਸਿਖਾਏ ਦਾ ਕਿੰਨਾ ਵੱਡਾ ਫਾਇਦਾ ਹੈ ਬਾਣੀ ਕਹਾਣੀ ਪੰਜਾਬੀ ਸਿਖਾਉਣ ਦਾ ਹੋਰ ਵੀ ਉਹਨਾਂ ਦੇ ਮਦਦ ਕਰ ਕੀਤੀ ਜਾ ਸਕਦੀ ਹੈ ਤੇ ਉਹਨਾਂ ਨੇ ਚੰਗੀ ਮਦਦ ਦੇ ਕੇ ਅਸੀਂ ਜਿਹੜਾ ਸਾਡੇ ਅੰਦਰ ਕੋਈ ਬੈਠਾ ਉਹਨੂੰ ਸੁਧਾਰ ਕੇ ਸੁਧਾਰਨਾ ਵੀ ਦੂਜੇ ਤੇ ਕਾਰਜਕਾਰੀ ਬਣਾਉਣਾ ਇਹ ਵੀ ਸੇਵਾ ਹੈ ਤੇ ਕਿਸੇ ਦੇ ਕੋਈ ਆ ਗਿਆ ਜਾਤੀ ਮਤਲਬ ਰਾਸਤੇ ਤੇ ਗਿਰ ਗਿਆ ਉਹ ਕਰ ਲਾ ਕੇ ਕੋਈ ਸਾਥ ਕੋਲ ਲਾ ਕੇ ਜੇ ਉਹ ਸਾਡੇ ਕੋਲ ਜੋ ਵੀ ਹੈਲਪ ਕਰ ਸਕਦੇ ਉਹ ਖਾਈ ਕੇ ਉਹ ਲਿਆਈਏ ਤੇ ਜਾਂ ਉਹਦੇ ਪੱਟੀ ਕਰਨੀ ਜੋ ਵੀ ਕਰ ਸਕਦੇ ਹਾਂ ਸੇਵਾ ਜੇ ਇਸ ਲਈ ਆਪਣੀ ਜਾਨਾ ਬਾਕੀ ਕਰ ਸੇਵਾ ਕਰ ਲੈ ਉਹਨੂੰ ਆਪੇ ਸੇਵਾ ਰੱਬ ਜੀ ਤੇ ਚਲੀ ਜਾਂਦੀ Everybody got what Bapuji said? Yes. Anybody did? Okay, good. So, any type of seva, जो गुरु साहब हम सेवा ला रहे हैं ह्यूमैनिटी की वो सेवा ਅਸੀਂ ਕਰ ਸਕਦੇ ਹਾਂ ਹੁਣ ਅਸੀਂ ਕਹਿੰਦੇ ਹਾਂ ਅਸੀਂ ਪ੍ਰਚਾਰ ਕਰਨਾ ਹੈ what are different kinds of prachar what can be considered as prachar there are all different kinds verbal prachar hai sharing religious information with others general manner or method of talking to people helping to determine their character ਸਾਨੂੰ ਅਗਰ ਅਸੀਂ ਪ੍ਰਚਾਰ ਕਰਨਾ ਹੈ ਨਾ ਆਪਣੇ ਜੀਵਨ ਤੋਂ ਪ੍ਰਚਾਰ ਕਰੀਏ ਤਾਂ ਕਿ ਲੋਕ ਸਾਨੂੰ ਦੇਖ ਕੇ ਕਹਿਣ ਵੀ ਹਾਂ ਇਦਾਂ ਦੇ ਬੰਦੇ ਹੁੰਦੇ ਨੇ ਨਾ ਸਿੱਖੀ ਦਾ ਵੀ ਨਾਮ ਹੁੰਦਾ ਹੈ ਬਟ ਇਟਸ ਆਲਸੋ ਅਬਾਊਟ ਹਿਊਮੈਨਿਟੀ ਕਿ ਇਹ ਬੰਦਾ ਕਿਸ ਤਰ੍ਹਾਂ ਦਾ ਬੰਦਾ ਹੈ ਕਿ ਇਹ ਦੇਖੋ ਕਿਸ ਤਰ੍ਹਾਂ ਦੀ ਹੈਲਪ ਕਰ ਰਿਹਾ ਹੈ ਸੋ ਆਰ ਕੈਰੈਕਟਰ ਡਿਟਰਮਾਈਨਸ ਕਿ ਕਿਸ ਤਰ੍ਹਾਂ ਦਾ ਅਸੀਂ ਪ੍ਰਚਾਰ ਕਰਦੇ ਹਾਂ ਐਕਸ਼ਨਸ ਨੇ ਇਨਫੋਰਮੇਸ਼ਨ ਯੂ ਗਿਵ ਟੂ ਅਦਰਸ ਬੇਸਡ ਔਨ ਹਾਊ ਯੂ ਐਕਟ ਐਜ਼ ਅ ਗੁਰਸਿੱਖ and the information you give others based on how you act as a normal person in society determining your personality. But at the same time, you've got to make sure that this verbal prachar karna hai. We are doing prachar. But let's keep this in mind. Guru Sahib can about all verbal prachar. Let's not be so engrossed in verbal prachar कि ऐसी सिर्फ प्रचार ही करते रहिए पर अपने जीवन में सारे अंदर कुछ है नहीं क्या कितना माया लुट जाए तो प्रचार कर रहे हैं लोगों के विच सिੱਖੀ किस तरह की हैगी है सिर्फ किस तरह के पर ਅਸੀਂ ਆਪ ਮਾਇਆ ਦੇ ਵਿੱਚ ਜੁੜੇ ਹੋਏ ਹਾਂ and if we're still doing all of this then that's not the correct ਮਾਇਆ ਨੂੰ ਅਸੀਂ ਆਪਣੇ ਮਨ ਚੋਂ ਹਮੇ ਨੂੰ ਨਹੀਂ ਕੱਢਿਆ ਅੰਤਰ ਦੇਖ ਮੁਖ ਅੰਮ੍ਰਿਤ ਸੁਣਾਵਾ ਅੰਦਰ ਸਾਡੇ ਜ਼ਹਿਰ ਭਰੀ ਹੋਈ ਹੈ ਤੇ ਅਸੀਂ ਬਾਹਰ ਵੀ ਪ੍ਰਚਾਰ ਕਰਨਾ ਹੈ तो ਪਹਿਲਾਂ ਪ੍ਰਚਾਰ ਜੇ ਕਰਨਾ ਹੈ ਨਾ ਬਲਬਲ ਜੇ ਵੀ ਪ੍ਰਚਾਰ ਕਰਨਾ ਹੈ ਪਹਿਲਾਂ ਆਪਣੇ ਵਿੱਚ ਪ੍ਰਚਾਰ ਕਰਨਾ ਹੈ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਬਣਾਉਣਾ ਹੈ ਤਾਂ ਕਿ ਅੰਦਰ ਸਾਡੇ ਵਿੱਚ ਨਾਮ ਹੋਵੇ ਅੰਦਰ ਸਾਡੇ ਵਿੱਚ ਗੁਰਸਿੱਖੀ ਦੇ ਗੁਣ ਹੋਣ ਸਤ ਸੰਤੋਖ ਹੋਵੇ ਦਇਆ ਹੋਵੇ ਲੋਕਾਂ ਵਾਸਤੇ ਧਰਮ ਹੋਵੇ ਧੀਰਜ ਹੋਵੇ ਇਹ ਚੀਜ਼ਾਂ ਜਿਹੜੇ ਸਾਡੇ ਅੰਦਰ ਨਹੀਂ ਹੈਗੀਆਂ ਸਾਡੇ ਅੰਦਰ ਸਿਰਫ ਕਾਮ ਕ੍ਰੋਧ ਤੋਂ ਹੰਕਾਰ ਹੀ ਹੈ ਤੇ ਜੇ if you not follow what Guru Sahib is telling us ਇਹ ਹੈ ਅੰਤਰ ਵਿਖ ਮੁਖ ਅੰਮ੍ਰਿਤ ਸੁਣਾਵਾ ਨੌਨ ਵਰਬਲ ਪ੍ਰਚਾਰ ਕਿਸ ਤਰ੍ਹਾਂ ਦਾ ਹੈਗਾ ਬਾਤ ਸੇਵਾ ਕਰਨੀ ਪ੍ਰੈਕਟਿਸ what you preach ਗੁਰਬਾਣੀ ਕਹਿੰਦਾ ਰਹਿ ਕਵਰ ਕਸ ਕਵਰ ਕਮਾਵਰ ਸਾਡੀ ਰਹਿ ਕੁਝ ਹੋਰ ਹੈਗੀ ਹੈ ਤੇ ਬਾਹਰ ਕੁਝ ਹੋਰ ਬੋਲਦੇ ਆ ਇਸੇ one thing into another ਮਨ ਨਹੀਂ ਪ੍ਰੀਤ ਅੰਦਰ ਸਾਡੇ ਪ੍ਰੀਤ ਨਹੀਂ ਹੈ what did I say in the beginning ਸੇਵਾ ਤੇ ਪ੍ਰੇਮ ਜੇ ਪ੍ਰੇਮ ਨਹੀਂ ਹੈ ਅੰਦਰ ਤੇ ਸੇਵਾ ਨਹੀਂ ਹੋ ਸਕਦੀ ਮਨ ਨਹੀਂ ਪ੍ਰੀਤ ਮੁੱਖੋਂ ਗੜ ਲਾਵਰ ਮੁੱਖੋਂ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਬੋਲਦੇ ਆ ਜਾਨੀ ਹਾਰ ਗੁਰੂ ਪ੍ਰਵੀਨ ਜਦ ਆਪ ਜਾਣਦਾ ਹੈ ਅਸੀਂ ਕੀ ਕਰ ਰਹੇ ਹਾਂ ਬਾਤ ਇੱਕ ਨਾ ਕੰਮ ਪੀਣ he is not impressed with all the things that we do ਜੇ ਭੇਜ ਕਰਕੇ ਕਰਦੇ ਹਾਂ ਗੁਰੂ ਸਾਹਿਬ ਇਸ ਪਰ ਕਾਲ ਪਰ ਬਿਜ਼ਾਰ ਇੰਪ੍ਰੈਸ our ਉਪਦੇਸ਼ ਹੈ ਆਪ ਨਾ ਕਰੇ ਆਪ ਜਾਵਤ ਜੰਗਲ ਮਰ so what we need to do is we need to become a sevak ਨਿਸ਼ਾਨਾ ਬਣਾਈਏ ਕਿ ਅਸੀਂ ਸੇਵਕ ਬਣੀਏ ਸੇਵਕ ਦਾ ਕੀ ਹੈ ਗੁਰੂ ਸਾਹਿਬ ਕਹਿੰਦੇ ਨੇ ਧੰਨ ਸੋ ਗੁਰਸਿੱਖ ਕਹੀ ਹੈ ਜੇ ਸਤਿਗੁਰ ਸੇਵਾ ਕਰ ਹਮ ਨਾਮ ਲਿਆ ਸਭ ਤੋਂ ਪਹਿਲੇ ਸੇਵਾ ਕਿਹੜੀ ਹੈ ਨਾਮ ਲੈਣਾ ਨਾਮ ਜਪਣਾ ਸੇਵਕ ਬਣੀਏ ਅਸੀਂ ਇਨਸਾਨ ਮੁਸਤਫਾ ਸਨ ਅਮਰ ਸ਼ਕਿਆ ਪਹਿਲਾ ਸਭ ਤੋਂ ਪਹਿਲਾ ਕੰਮ ਹੈਗਾ ਕਿ ਨਾਮ ਜਪਣਾ ਨਾਮ ਲੈਣਾ ਗੁਰੂ ਸਾਹਿਬ ਵੱਲੋਂ ਸੋ ਸੇਵਕ ਹਰ ਆਖੀ ਹੈ ਜੋ ਹਰ ਆਖਿਆ ਉਹ ਧਾਰ ਦੇ ਅਸੀਂ ਸੇਵਕ ਬਣਨਾ ਚਾਹੁੰਦੇ ਹਾਂ सेवा का मतलब क्या है सेवा करना चाहते हैं ना टॉपिक है सेवा करना वी वांट टू डू सेवा सेवा कौन करता है मेरा सेवक बन जाता है
तो गुरु साहब जी का सेवक कौन है? वो सेवक है जो अपने अंदर पहला अकाल पुरख नूं वाहिगुरू नूं याद रखता है। वो सेवक जो हर रात है अवतार मन तक सौंपे आज्ञा करे, अपना मन नहीं धन नहीं गुरु नूं सौंप दिए, हमें विचों मार अंदरों से हमें नूं कढ़ना है। धन गुरमुख सो प्रमाण है जे कदे ना आवे हार, वही गुरमुख प्रमाण है। ਅਸੀਂ ਕਹਿਣਾ ਚਾਹੁੰਦੇ ਹਾਂ ਨਾ ਕਿ ਗੁਰੂ ਸਾਹਿਬ ਕੀ ਕਹਿ ਰਿਹਾ ਹੈ ਕਿ ਕਿਸ ਤਰ੍ਹਾਂ ਅਸੀਂ ਜੀਵਨ ਦਾ ਬਦਲੀ ਕਰਨਾ ਹੈ। ਇਹ ਚੀਜ਼ਾਂ ਨੇ ਉਹ ਗੁਰਮੁਖ ਹੈ ਜਿਹੜਾ ਗੁਰੂ ਸਾਹਿਬ ਦਾ ਪ੍ਰਮਾਣ ਹੈ, ਇਹ ਚੀਜ਼ਾਂ ਉਹਦੇ ਵਿੱਚ ਹੈਗੀਆਂ ਨੇ। So what is the bottom line? Let's time ਹੋ ਗਿਆ ਹੈ, so let's not spend bottom line ਕੀ ਹੈ। So ਇਸ ਸਾਰਾ ਲੈਕਚਰ ਦਾ ਮੰਤਰ ਕੀ ਸੀ ਕਿ ਅਸੀਂ ਆਪਣੇ ਅੰਦਰ ਸੇਵਾ ਦੀ ਭਾਵਨਾ ਲੈ ਕੇ ਆਣੀ ਹੈ। ਸੇਵਾ ਸ਼ੁਰੂ ਕਿਸ ਤਰ੍ਹਾਂ ਕਰਨਾ ਹੈ? So ਸਾਨੂੰ ਕੀ ਕਰਨਾ ਹੈ? once you go home, let's start the day with simple and nickname gratitude. अकाल पुरख ਨੂੰ याद करिए, ये सब कुछ दिता है। अकाल पुरख ने कितना कुछ दिता है, रहने वास्ते घर दिते ने, सानू बहुत सुख दे आराम दिते ने, सानू माता पिता दिते ने, भैन भरा दिते ने, सारे उन्होंने ਅਸੀਂ ਸਮਝੀਏ गुरु की दात है। अकाल पुरख सानू सब कुछ दिता है, ਉਹਦਾ ਧੰਨਵਾਦ करिए। सच्चे पातशाह ये सब कुछ दिता है, ये ना होवे कि दात प्यारी विसरिया दा तारा, दात से जुड़ जाइए, सितारा में घर में जुड़ जाइए, पैसे में जुड़ जाइए, मेरे को इतने पैसे बैंक चाहिए थे होने में जुड़ जाइए तो अकाल पुरख भुल जाए। तो स्टार्ट द डे विद सिंपल एंड ਉਹਦੇ ਫਾਇਦਾ ਕੀ ਹੋਏਗਾ ਕਿ ਉਹਨਾਂ ਦਾ ਆਪਣੇ ਮਨ ਵਿੱਚ ਵੀ ਸ਼ਾਂਤੀ ਆਣੀ ਸ਼ੁਰੂ ਹੋਏਗੀ। ਜੇ ਅਸੀਂ ਪਿਆਰ ਨਾਲ ਬਹਿ ਕੇ ਨਿਰਣੇ ਕਰਾਂਗੇ ਤੇ ਪਿਆਰ ਨਾਲ ਬਹਿ ਕੇ, ਠੀਕ ਹੈ ਸਾਨੂੰ ਸਵੇਰੇ ਜਲਦੀ ਹੁੰਦੀ ਹੈ, ਸਕੂਲ ਪਹੁੰਚਣਾ ਹੁੰਦਾ ਹੈ, पर एटलीस्ट थोड़ा टाइम जे जितना कुछ हम करते हैं उस तरह 15 मिनट ज़्यादा, all it means is having to get up 15 minutes early, right? Every one of us can do that. कि 15 मिनट पहले उठा जा सकता है ना, 15 मिनट तो शुरू करिए। 15 मिनट ਅਸੀਂ बैठ के जो बाकी नित्य करते जिथे ਅਸੀਂ ਹੈਗੇ ਆ ਉਸ ਤੋਂ ਥੋੜਾ ਜਿਹਾ ਐਕਸਟਰਾ ਕੰਮ ਕਰੀਏ। ਜੇ ਅਸੀਂ ਬੈਠ ਕੇ ਨਿਤਨੇਮ ਕਰਦੇ ਆ ਤਾਂ 15 ਮਿੰਟ ਹੋਰ ਸਿਮਰਨ ਕਰੀਏ। ਜੇ ਅਸੀਂ ਬੈਠ ਕੇ ਨਿਤਨੇਮ ਨਹੀਂ ਕਰਦੇ ਚਲੋ ਐਟਲੀਸਟ ਜਪਜੀ ਸਾਹਿਬ ਬੈਠ ਕੇ ਅਸੀਂ ਧਿਆਨ ਨਾਲ ਪਾਠ ਕਰੀਏ। सो कोई बात नहीं होएगा कि तब थोड़ी अंदर शांति आनी शुरू होएगी, थोड़ी थोड़ा धीरे आना शुरू होएगा, तो नाल संगत में पता लगेगा भी सानू किहड़े होर गुण जिहड़े ने अपने विच अपनाने की लोड़ है। What virtues to inculcate inside of you? Can do something for someone every day. किसी वास्ते भी कुछ ना कुछ छोटी मोटी चीज किसी होर वास्ते करो। असं अपने वास्ते सारा कुछ करते हैं, अपने वास्ते ਅਸੀਂ ਖਾ ਵੀ ਆਪਣੇ ਵਾਸਤੇ ਹੈ, ਅਸੀਂ ਸਕੂਲ ਆਪਣੇ ਵਾਸਤੇ ਜਾਣਾ ਹੈ, ਪੜ੍ਹਨਾ ਵੀ ਆਪਣੇ ਵਾਸਤੇ ਹੈ, ਕਮਾਤੇ ਵੀ ਆਪਣੇ ਵਾਸਤੇ ਜਾਣਾ ਹੈ, ਤਾਂ ਕਿਸੇ ਹੋਰ ਵਾਸਤੇ ਕੁਝ ਕੰਮ ਕਰੀਏ। ਕੋਈ ਲੋੜੀਂਦਾ ਨਜ਼ਰ ਆ ਜਾਵੇ, ਹੋਰ ਕੋਈ ਨਹੀਂ ਨਜ਼ਰ ਆਉਂਦਾ, ਘਰ ਬੈਠੇ ਹੋਰ ਕੌਣ ਹੈ ਸਾਡੇ ਘਰ ਵਾਸਤੇ? ਸਾਡੇ ਘਰ ਵਿੱਚ ਆਪਣੇ ਭੈਣ ਭਰਾ ਨੇ, ਆਪਣੇ ਪੇਰੈਂਟਸ ਨੇ, ਮਾਪਿਓ ਨੇ, ਬੱਚੇ ਨੇ, ਉਹਨਾਂ ਵਾਸਤੇ ਕੁਝ ਨਾ ਕੁਝ ਕੰਮ ਕਰੀਏ। Something for someone every day. इसी ये है ना कि छोटी सी चीज है, you won't have difficulty remembering this. सवेरे शुरू कितना करना दिन नूं ते किसी होर वास्ते कुछ करिए। ते at the end of the day ask yourself what? मैं इस दिन में की खटिया मैं मूवी देखी सी, ਉਹਦੇ ਕੀ ਕਿਹਾ ਸੀ ਇਹਨਾਂ ਨੇ? who remembers what I'm referring to? शीशे में देख के की कहना है? हाँ जी, आंख मिलानी है, what is the purpose of that? हाँ जी, to see if you like truly wrong in that day, like was you अपना चंगा किया फिर like were you really? who remembers the exact wording from that movie? हाँ जी, yeah, that's close. What did you say? तो जितया के हारिया, ask yourself कि उस दिन में से did you win that day? तो जित गया उस दिन में कि तो हार गया उस दिन में। So if you start thinking about this at the end of every day, स्वान तो पहले ऐसे देखिए, and it doesn't matter, you have to define अकाल पुरख की गुरबाणी के आधार पे, but you have to define कि what do you consider yourself as a jit or a हार? गुरबाणी के आधार पे, but ऐसे सोचिए अखीर पे आगे before you go to bed ऐसे सुबह पाठ कीता, ये बस सोचिए उस वेले कि मैं दिन में कुछ घटिया है, कुछ गवाया है। Did I win something
अपने में सुझानी है। What purpose is? The bottom line is कि गुरु साहब ने क्या सेव की संतोखी ने सच्चो सच से आया संतोख ने आया अपने हृदय में। It's all about गुरसिੱਖੀ ਨੂੰ ਕਮਾਉਣ ਦੀ ਸਾਨੂੰ ਗੁਰੂ ਸਾਹਿਬ ਨੇ ਜਾਚ ਦੱਸੀ ਹੈ। ਗੁਰੂ ਸਾਹਿਬ ਨੇ ਕਿਹਾ ਹੈ ਕਿ ਸਿੱਖੀ ਨੂੰ ਕਮਾਉਣਾ ਕਿਸ ਤਰ੍ਹਾਂ ਹੈ। ਕਮਾਉਣ ਦਾ ਥੋੜਾ ਸੌਖਾ ਤਰੀਕਾ ਦੱਸਿਆ ਹੈ ਕਿ ਸੇਵਾ ਕਰੋ। ਸੇਵਾ ਕਰਨੀ ਕਿਸ ਚੀਜ਼ ਦੀ? ਅਕਾਲ ਪੁਰਖ ਦੀ ਤੇ ਦੂਜਾ ਹਿਊਮੈਨਿਟੀ ਦੀ। ਅਕਾਲ ਪੁਰਖ ਦੀ ਸੇਵਾ ਤੋਂ ਸ਼ੁਰੂ ਕਰੀਏ ਕਿ ਅਕਾਲ ਪੁਰਖ ਦੀ ਸੇਵਾ ਕਰ ਕਰਕੇ ਨਾਮ ਜਪ ਕੇ ਹੀ ਸਾਡੇ ਮਨ ਨੂੰ ਕੰਟਰੋਲ ਆਏਗਾ। ਮਨ ਨੂੰ ਅਸੀਂ ਆਪਣੀ ਈਗੋ ਨੂੰ ਡਿਸਟਰੋਏ ਕਰ ਸਕਦੇ ਹਾਂ। ਨਾਲ ਨਾਲ ਅਸੀਂ ਹੱਥਾਂ ਪੈਰਾਂ ਨਾਲ ਸੇਵਾ ਕਰਨੀ ਹੈ। ਹੱਥਾਂ ਪੈਰਾਂ ਨਾਲ ਕੀ ਮਤਲਬ ਆਪਣੇ ਇੰਟੈਲੈਕਟ ਨਾਲ ਕਿਸੇ ਨੂੰ ਜੇ ਕਿਸੇ ਉਸ ਚੀਜ਼ ਦੀ ਲੋੜ ਹੈ ਹੱਥਾਂ ਪੈਰਾਂ ਨਾਲ ਕਿ ਕਿਸੇ ਕਹਿੰਦੇ ਨਾ ਬਿਨ ਸੇਵਾ ਕਰੇਗਾ ਹੱਥ ਪੈਰ ਕਿ ਸੇਵਾ ਨਹੀਂ ਕੀਤੀ ਤੇ ਹੱਥਾਂ ਤੇ ਪੈਰਾਂ ਦੀ ਕੋਈ ਬੁਕਤ ਨਹੀਂ। There is no use of having hands and arms if we don't do seva with these hands and arms. So with that I'm going to stop. If you have any questions, anybody has any questions over what we covered so far? क्वेश्चन सीगा कि गुरु साहब ने क्या सा सेवा की सपना है सतगुर का मन मंने तो केड़ी सेवा है कि जेरे गुरु साहब प्रमाण है केड़ी सेवा वो इतनी इंपॉर्टेंट नहीं है who wants to answer that question based on what we covered so far what seva is important to guru नाम जपना ठीक है और ਜਿਹੜੀ ਅਸੀਂ ਹੱਥਾਂ ਕਰਨਾ ਸੇਵਾ ਕਰਨਾ ਕਿਹੜੀ ਸੇਵਾ ਪ੍ਰਮਾਣ ਹੈ ਹਾਂਜੀ according to what we covered here ਜਿਹੜੀ ਸੇਵਾ ਹਿਊਮੈਨਿਟੀ ਦੀ ਸੇਵਾ ਹੈਗੀ ਹੈ ਜੇ ਅਸੀਂ ਇਸ ਹਿਸਾਬ ਨਾਲ ਕਰੀਏ this is my opinion ਜਿਹੜੇ ਬਾਕੀ ਸਿੰਘ ਬੈਠੇ ਨੇ और दस मेरे जिन्ना को मैंने समझ आई दस गुरु साहब ने कुछ बख्शी है और मुताबिक जेड़ी सेवा ਅਸੀਂ करनी जो भी सेवा है एज लॉन्ग एज वो सेवा साडे तो बाहर है अपनी सेवा तो बाहर है अपने वास्ते जो करना है उस तो सिवा जेड़ी भी सेवा हैगी है जे ਅਸੀਂ ਐਸ ਮਨ ਵਿੱਚ ਇਹ ਸੋਚ ਕੇ ਸੇਵਾ ਕਰੀਏ ਕਿ ਅਸੀਂ ਗੁਰੂ ਦੀ ਸੇਵਾ ਕਰ ਰਹੇ ਹਾਂ ਇਹ ਗੁਰੂ ਸਾਹਿਬ ਨੇ ਕਿਹਾ ਹੈ ਕਿ ਅਸੀਂ ਇਹ नहीं देखना कि बंदा अपना बंदा है कि जान बंदा है कि दुश्मन है कि अपना बंदा है सो गुरु साहब ने कहा एक दृष्टि का सारा में देखना राइट सो एक दृष्टि सो वी विल नॉट हैव टू जज कि आ सेवा प्रमाण है कि नहीं है ਹੁਣ ਜੇ ਅਸੀਂ ਇਸ ਮੁਤਾਬਕ ਸੇਵਾ ਕਰੀਏ ਕਿ ਇਹ ਸਾਰੀ ਸੇਵਾ ਜਿਹੜੀ ਹੈ ਅਸੀਂ ਅਕਾਲ ਦੀ ਸੇਵਾ ਕਰ ਰਹੇ ਹਾਂ ਬਿਕੋਜ਼ ਅਕਾਲ ਨੇ ਸਭ ਕੁਝ ਦਿੱਤਾ ਹੈ ਤੇ ਉਹ ਮੇਰੇ ਹਿਸਾਬ ਨਾਲ ਤੇ ਪ੍ਰਮਾਣ ਹੈ ਹਾਂਜੀ जिस सेवा में अपना कुछ मतलब ना हो सेवा कर कोई ना काम नहीं हो तो बिल्कुल ਜਿਹਦੇ ਆਪਣਾ ਕੋਈ ਗਰਜ਼ ਨਹੀਂ ਹੈ ਸੇਵਾ ਅਸੀਂ ਜੇ ਸੇਵਾ ਕਰਦੇ ਆ ਕਿ ਮੈਨੂੰ ਕੁਝ ਮਿਲੇ ਸਾਰੇ ਸੀ ਇਸ ਤੋਂ ਸਟਾਰਟ ਕਰਦੇ ਆ ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਜਿਹੜੇ ਬੱਚੀ ਨਜ਼ਰ ਖਤਮ ਹੋ ਗਈ ਸੀ ਤੇ ਉਹਨਾਂ ਨੇ ਕਿਹਾ ਸੇਵਾ ਕਰੀਏ ਗੁਰਦੁਆਰਾ ਬੰਦਾ ਸਾਹਿਬ ਆ ਕੇ ਸੁਣਿਆ ਸੀ ਤਾਂ ਸਟੋਰੀ ਸੁਣੀ ਐਵਰੀਬਡੀ ਰਿਮੈਂਬਰ ਦੈਟ ਕਿ ਉਹ ਜਿਹੜੀ ਸਟੋਰੀ ਉਹ ਅਸੀਂ ਪਹਿਲਾਂ ਸੇਵਾ ਸ਼ੁਰੂ ਕੀਤੀ ਵੀ ਹਾਂ ਅੱਖਾਂ ਦੀ ਨਜ਼ਰ ਆ ਜਾਵੇ ਵਾਪਸ ਉਹ ਸਾਡੇ ਸੀ ਸਾਡਾ ਮਨਸਾ ਸੀ ਅਸੀਂ ਨਿਸ਼ਕਾਮ ਸੇਵਾ ਨਹੀਂ ਸੀ ਕਰ ਰਹੇ ਪਰ ਹੌਲੀ ਹੌਲੀ ਉਹ ਨਿਸ਼ਕਾਮ ਸੇਵਾ ਬਣ ਗਈ ਕਿ ਜੋ ਵੀ ਜੇ ਆ ਗਈ ਨਹੀਂ ਗੁਰੂ ਦੀ ਦੇਣ ਹੈ ਪਰ ਅਸੀਂ ਸੇਵਾ ਕਰਨੀ ਹੈ ਵਿਦਆਊਟ ਥਿੰਕਿੰਗ ਕਿ ਮੈਨੂੰ ਉਹਦਾ ਕੋਈ ਫਾਇਦਾ ਹੋ ਰਿਹਾ ਹੈ ਕਿ ਨਹੀਂ ਅਸੀਂ ਸਾਰੇ ਸੇਵਾ ਤੋਂ ਸ਼ੁਰੂ ਕਰਦੇ ਹਾਂ ਆਲ ਹਿਊਮਨ ਬੀਇੰਗਸ ਅਸੀਂ ਸਾਰੇ ਕਹਿੰਦੇ ਆ ਸਾਰੇ ਵਿੱਚ ਮੈਨੂੰ ਨਹੀਂ ਹੁੰਦਾ ਕਿ ਸੇਵਾ ਕਰੀਏ ਤਾਂ ਨਾਮ ਜਪੀਏ ਫਿਰ ਮੈਂ ਇਫ ਆਈ ਵਾਂਟ ਟੂ ਪਾਸ ਐਨ ਐਗਜ਼ਾਮ ਅਸੀਂ ਯੂ ਨੋ ਵਨ ਵੀ ਸਟਾਰਟ ਡੂਇੰਗ ਸਵਿੰਗਸ ਆਫ ਦਾ ਪਾਰ ਕਰ ਲਈਏ ਜੀ ਇਹ ਕਰ ਲਈਏ ਸੋ ਦੈਟਸ ਆਲਸੋ ਫਾਈਨ ਬਿਕਾਜ਼ ਅਸੀਂ ਗੁਰੂ ਤੋਂ ਮੰਗਣਾ ਹੈ ਹੋਰ ਕਿਤੇ ਤੋਂ ਮੰਗਣਾ ਹੈ ਵੀ ਵਾਂਟ ਸਾਡਾ ਗੁਰੂ ਹੀ ਜਦ ਦੇਣ ਵਾਲਾ ਕੌਣ ਹੈ ਗੁਰੂ ਹੀ ਹੈ ਤੇ ਅਸੀਂ ਮੰਗਣਾ ਵੀ ਗੁਰੂ ਕੋਲੋਂ ਹੀ ਹੈ ਬਟ ਐਟ ਸਮ ਪੁਆਇੰਟ ਸੇਵਾ ਕਰਦਿਆਂ ਵੀ ਹੈਵ ਟੂ ਬਿਕਮ ਨਿਸ਼ਕਾਮ You have to become there ਸਾਡਾ ਕੋਈ ਫਾਇਦਾ ਨਹੀਂ ਹੁੰਦਾ ਐਟਲੀਸਟ ਮਟੀਰੀਅਲ ਤੌਰ ਤੇ ਕੋਈ ਫਾਇਦਾ ਨਹੀਂ ਹੋ ਰਿਹਾ ਫਾਇਦਾ ਹੋਏਗਾ ਇਨ ਸੈਂਸ ਕਿ ਅਸੀਂ ਸਾਡਾ ਮਨ ਮਰੇਗਾ
ਸਾਡੇ ਮਨ ਜਦੋਂ ਮਰੇਗਾ ਤੇ ਸਾਡੇ ਅੰਦਰ ਇਹ ਇੰਟੈਲੈਕਟ ਆ ਜਾਏਗੀ, ਗੁਰੂ ਦੀ ਮੱਤ ਆ ਜਾਏਗੀ। ਆਪਣੀ ਮਨ ਨੂੰ ਅਸੀਂ ਤਿਆਗ ਕੇ ਮਨ ਕੀ ਮੱਤ ਤਿਆਗੋ ਹਰ ਜਨ ਗੁਰਸਾਹਿਬ ਕੀ ਮੱਤ ਲੈਣੀ, ਕਿ ਸਾਡਾ ਕੰਮ ਹੈ ਮਨ ਦੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਆਪਣੇ ਅੰਦਰ ਵਿੱਚ ਵਸਾਉਣਾ। ਤੇ ਜਦੋਂ ਹੌਲੀ ਹੌਲੀ ਸੇਵਾ ਕਰਨ ਨਾਲ ਹੀ ਸਾਡੀ ਮਨ ਦੀ ਮੱਤ ਮੰਨਣੀ ਸ਼ੁਰੂ ਹੋਏਗੀ। ਪਹਿਲਾਂ ਨਾਮ ਜਪਣ ਨਾਲ, ਦੂਜਾ ਹੱਥਾਂ ਪੈਰਾਂ ਨਾਲ ਸੇਵਾ ਕਰਨਾ, ਜਿਹਦੇ ਵਿੱਚ ਆਪਣਾ ਕੋਈ ਗਲਤ ਨਹੀਂ ਹੈ। ਹਾਂਜੀ ਹਾਂਜੀ, ਤੁਸੀਂ ਕਹਿੰਦੇ ਜਿੱਦਾਂ ਆਪਣਾ ਕੋਈ ਗਰਜ਼ ਨਾ ਹੋਵੇ ਤਾਂ ਹੀ ਸੇਵਾ ਕਰਵਾ, ਬਟ like suppose when ਮੈਂ ਹਾਈ ਸਕੂਲ ਸਾਡੇ ਵਿੱਚ they require you to do 100 hours of community service, ਤੇ ਉਹ ਤੁਸੀਂ ਕਹੋਗੇ ਕਿ that doesn't count as seva, or would that be like you can't graduate unless you do the 100 hours, so is that considered seva, or is that considered नहीं? सेवा तो उसको मौका इट्स फाइन कि यू आर रिक्वायर्ड टू डू सेवा फ्रॉम योर स्कूल। तो ਉਹਦੇ ਵਿੱਚ ਹੈ ਕਿ ਜਦੋਂ ਤੁਸੀਂ ਸੇਵਾ ਕਰਨੀ ਹੈ, ਤੁਸੀਂ ਜਾ ਰਹੇ ਹੋ ਕਮਿਊਨਿਟੀ ਸੇਵਾ ਕਰਨ ਵਾਸਤੇ, if you go with the idea ਕਿ ਤੁਹਾਨੂੰ ਮੌਕਾ ਮਿਲਿਆ ਹੈਗਾ, ਕਿ ਤੁਹਾਨੂੰ ਗੁਰੂ ਸਾਹਿਬ ਨੇ ਤੁਹਾਨੂੰ ਮੌਕਾ ਦਿੱਤਾ ਹੈ ਕਿ ਸੇਵਾ ਕਰਨ ਦਾ, so if you go with the idea ਕਿ ਮੈਂ ਸੇਵਾ ਕਰਨੀ ਹੈ, ਭਾਵੇਂ ਠੀਕ ਹੈ ਇਟਸ ਅ ਰਿਕੁਆਇਰਮੈਂਟ, I am forced to do this, but ਉਹ ਫੋਰਸ ਨੂੰ ਲੈ ਕੇ instead of making it based when ਤੇ ਫੋਰਸ ਕੀਤੀ ਗਈ ਹੈ, so you can consider it, just turn it around, say ਹਾਂ ਮੈਨੂੰ ਮੌਕਾ ਮਿਲਿਆ ਹੈ, there's an opportunity for me to go do some seva, ਤੇ ਉੱਥੇ ਜਾ ਕੇ ਜਦੋਂ ਸੇਵਾ ਕਰਨੀ ਹੈ, whatever seva you do, you go with the idea that I am going to help the other person, help the नहीं कि अपनी नहीं कि मैं करनी है, but idea है कि जाके किसी की सेवा करनी है ताकि उन्हें कुछ फायदा होवे। So वो जो सेवा करांगे, it doesn't matter what the circumstances are, it all, the type of seva is not important, what is important is what's inside of you, how are you doing your seva, what are you thinking about when you're doing seva. So कोई भी सेवा हमें it's fine, it's the intent behind it that's more important. हाँ जी, जो दास को समझ लग रही सतगुरु रामदास मंदिर की कर रही कह रहे जो सर जितनी भी सेवा करनी है ईगो लगे असल में सेवा बेअंत तरह की जिन्हें आप सारे मिली पहुंच करनी, ਜਿਹਦੇ ਵਿੱਚ ਈਗੋ ਨਹੀਂ ਹੈ, ਜਿਹਦੇ ਵਿੱਚ ਨਿਮਰਤਾ ਭਾਵਨਾ ਨਾਲ ਸੇਵਾ ਕੀਤੀ ਆ, ਉਹ ਸਤਿਗੁਰੂ ਦੇ ਮਨ ਨੂੰ ਮੰਨਦੀ ਹੈ, ਸਤਿਗੁਰੂ ਜੀ ਨੂੰ ਚੰਗੀ ਲੱਗਦੀ ਹੈ। ਜਿਸ ਸੇਵਾ ਵਿੱਚ ਈਗੋ ਹੈ, ਹਉਮੈ ਹੈ, ਉਹ ਸੇਵਾ ਕਰਨੀ ਪ੍ਰਵਾਨ ਨਹੀਂ ਹੁੰਦੀ। ਸਤਿਗੁਰੂ ਜੀ ਨੇ ਆਪਾਂ ਨੂੰ ਬਹੁਤ ਪੜ੍ਹਦੇ ਅਸਲ ਬਾਰੇ ਵਿੱਚ ਵੀ ਮਤ ਥੋੜੀ ਸੇਵ ਗਵਾਈ सेवा के बड़े सी दुआ भी लेनी आप ठीक को करके खुद के दर्द को प्रमाण नहीं होंगे, संगत भी प्रमाण नहीं। हाँ जी, हाँ जी, any other comments, questions? हाँ जी, ਜਿੰਨੀ ਦਾਸ ਨੂੰ ਮਤ ਬਖਸ਼ੀ ਜਿਵੇਂ ਸਾਰਾ ਲੈਕਚਰ ਕਵਰ ਕੀਤਾ ਹੈਗਾ, ਮੇਨ ਪੁਆਇੰਟ ਇਹ ਸੀਗਾ ਕਿ ਅਸੀਂ ਸਾਡਾ ਮਕਸਦ ਹੈਗਾ ਹਮੇ ਨੂੰ ਦੂਰ ਕਰਨਾ। ਹਮੇ ਬਹੁਤ ਤਕੜੀ ਚੀਜ਼ ਹੈ, ਈਗੋ ਉਹ ਜਦੋਂ ਸੇਵਾ ਕਰਦੇ ਆ ਉਦੋਂ ਹੀ ਸਗੋਂ ਜ਼ਿਆਦਾ ਹਮੇ ਤਾਂ ਸਾਨੂੰ ਆ ਕੇ ਚਿੰਬੜਦੀ ਹੈਗੀ ਹੈ। ਤੇ ਬੜੀ ਹਮੇ ਜਿਹੜੀ ਹੈ ਨਾ ਇਟਸ ਬਹੁਤ ਸੂਖਮ ਤੌਰ ਤੇ ਹਮੇ ਆ ਜਾਂਦੀ ਹੈ, ਕੋਸ਼ਿਸ਼ ਕਰਨ ਦੇ ਬਗੈਰ ਵੀ ਬਾਵਜੂਦ ਵੀ ਆ ਜਾਂਦੀ ਹੈ। ਤੇ ਠੀਕ ਹੈ, ਅਸੀਂ ਹਮੇ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ, ਅਸੀਂ ਹਮੇ ਨੂੰ ਮਾਰਨਾ ਸੇਵਾ ਕਰ ਕਰਕੇ ਨਾਮ ਜਪਾਂਗੇ, ਨਾਲ ਹੱਥਾਂ ਪੈਰਾਂ ਨਾਲ ਸੇਵਾ ਕਰਾਂਗੇ। ਠੀਕ ਹੈ, ਜਦੋਂ ਅੰਦਰ ਸਾਡੇ ਪੁੰਨੇ ਵੀ ਆਉਂਦੇ ਨੇ ਆਈ ਜਾਣ, ਹੌਲੀ ਹੌਲੀ ਉਹ ਸਮਾਂ ਆਏਗਾ ਜਦੋਂ ਕਿ ਸੇਵਾ ਨਿਸ਼ਾਨ ਹੋਣੀ। I can only talk about I cannot talk about from experience, ਕਿਉਂਕਿ ਮੈਂ ਉਸ ਲੈਵਲ ਤੱਕ ਪਹੁੰਚਿਆ ਨਹੀਂ ਹਾਂ। ਮੇਰੀ ਵੀ ਸੇਵਾ ਜਿਹੜੀ ਹੈ ਗਰਜ਼ ਨਾਲ ਹੁੰਦੀ ਹੈ, ਪਰ ਮੈਂ ਵੀ ਚਾਹੁੰਦਾ ਹਾਂ ਕਿ ਮੈਨੂੰ ਵੀ ਕੁਝ ਮਿਲੇ। ਸਾਰੇ ਸੇਵਾ ਕਰਦੇ ਆ, ਸਾਰੇ ਅਰਦਾਸਾਂ ਹੁੰਦੀਆਂ ਨੇ ਕਿ ਸੱਚੇ ਪਾਤਸ਼ਾਹ ਕੁਝ ਅਸੀਂ ਆਪਣੇ ਵਾਸਤੇ ਕਰਦੇ ਹਾਂ, ਪਰ ਜੇ ਹੌਲੀ ਹੌਲੀ this is my thinking ਕਿ ਜਿਹਨਾਂ ਨੇ ਸੇਵਾ ਕੀਤੀ ਹੈ ਉਹ ਹੋਰ ਜਿਹਨਾਂ ਦਾ ਐਕਸਪੀਰੀਅੰਸ ਹੈ ਇਸ ਗੱਲ ਤੇ ਉਹ they can answer this better, but ਇਹ ਜਿਹਨਾਂ ਨੂੰ ਸਮਝ ਆਈ ਹੈ ਕਿ ਸੇਵਾ ਕਰਕੇ ਦੋਨੋਂ ਪਾਸੇ ਗੱਲ ਹੈਗੀ ਹੈ। ਈਗੋ ਲੈਸ ਸੇਵਾ ਹੋਣੀ ਚਾਹੀਦੀ ਹੈ, ਪਰ ਈਗੋ ਨੂੰ ਡਿਸਟਰੋਏ ਕਰਨ ਵਾਸਤੇ ਵੀ ਸੇਵਾ ਚਾਹੀਦੀ ਹੈ। ਇਸ ਸਰਕੂਲਰ ਆਰਗੂਮੈਂਟ ਕਿ ਇੱਕ ਵਾਰ ਸਾਡਾ ਕੰਮ ਸ਼ੁਰੂ ਕਰਨਾ, ਹੌਲੀ ਹੌਲੀ ਫਿਰ ਮਹਾਰਾਜ ਅੱਗੇ ਅਰਦਾਸਾਂ ਕਰੀਏ। ਅਰਦਾਸ ਭਾਈ ਸਾਹਿਬ ਨੇ ਕੱਲ੍ਹ ਗੱਲ ਕੀਤੀ ਸੀਗੀ ਵਰਕਸ਼ਾਪ ਦੇ ਵਿੱਚ
ਅਸੀਂ ਭੁੱਲ ਗਏ ਅਸੀਂ ਆਪ ਹੀ ਮੈਂ ਵੀ ਇਹਦੀ ਕੋਸ਼ਿਸ਼ ਕਰਦਾ ਕਿ ਅਸੀਂ ਅਰਦਾਸ ਨਹੀਂ ਕਰਦੇ, ਨਿਤਨੇਮ ਕਰ ਲਿਆ, ਅਰਦਾਸ ਨਹੀਂ ਕੀਤੀ। ਤੇ ਸਾਨੂੰ ਗੁਰੂ ਸਾਹਿਬ ਨੇ ਇਹ ਅਰਦਾਸ ਐਸੀ ਚੀਜ਼ ਬਖਸ਼ੀ ਹੈ ਕਿ ਸਾਡੇ ਵਾਸ ਦੀ ਕੋਈ ਗੱਲ ਨਹੀਂ ਹੈ, ਅਸੀਂ ਕੁਝ ਕਰਨ ਜੋਗੇ ਨਹੀਂ, ਸਾਰਾ ਕੁਝ ਜੋ ਮੰਗਣਾ ਅਸੀਂ ਗੁਰੂ ਸਾਹਿਬ ਕੋਲੋਂ ਮੰਗਣਾ ਹੈ, ਅਸੀਂ ਅਕਾਲ ਪੁਰਖ ਕੋਲੋਂ ਮੰਗਣਾ ਹੈ। ਤੇ ਅਰਦਾਸ ਜਿਹੜੀ ਇੱਕ ਚੀਜ਼ ਹੈ ਉਹਦੇ ਨਾਲ ਅਸੀਂ ਬੇਨਤੀ ਕਰਦੇ ਹਾਂ, ਬੇਨਤੀ ਕਰ ਕਰਕੇ ਜੇ ਸੱਚੇ ਦਿਲੋਂ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੀ ਹਉਮੈ ਦੂਰ ਕਰੋ, ਇਹ ਅਰਦਾਸ ਮਨ ਵਿੱਚ ਕਰਾਂਗੇ ਤੇ ਅਸੀਂ ਦੇਖੋ ਗੁਰੂ ਸਾਹਿਬ ਅਸੀਂ ਹੈਗੇ ਆ ਸਿੱਖ। ਸਿੱਖ ਦਾ ਮਤਲਬ ਹੈ ਕਿ ਵੀ ਆਰ ਆਲਵੇਜ਼ ਲਰਨਿੰਗ ਦਾ ਮਤਲਬ ਹੈ ਕਿ ਅਸੀਂ ਹਰ ਇੱਕ ਬੰਦਾ ਕਿਸੇ ਨਾ ਕਿਸੇ ਲੈਵਲ ਤੇ ਖੜਾ ਹੈ। ਇਟ ਇਜ਼ ਨਾਟ ਫॉर ਮੀ ਟੂ ਜੱਜ ਵੀ ਕਿਸ ਲੈਵਲ ਤੇ ਖੜਾ ਹੈ, ਅਸੀਂ ਆਪ ਦੇਖਣਾ ਅਸੀਂ ਕਿਸ ਲੈਵਲ ਤੇ ਖੜੇ ਹਾਂ, ਪਰ ਜਿਸ ਲੈਵਲ ਤੇ ਵੀ ਖੜੇ ਹਾਂ ਵੀ ਕੈਨ ਇੰਪਰੂਵ। ਅਸੀਂ ਜਦ ਤੱਕ ਅਸੀਂ ਅਕਾਲ ਪੁਰਖ ਨਾਲ ਮਿਲ ਨਹੀਂ ਜਾਂਦੇ ਸਾਡੀ ਇੰਪਰੂਵਮੈਂਟ ਹੁੰਦੀ ਰਹਿਣੀ ਹੈ। ਕਿਸੇ ਨਾ ਕਿਸੇ ਲੈਵਲ ਤੇ ਸਾਡਾ ਕੋਈ ਘਾਟ ਹੈਗੀ ਹੈ, ਅਸੀਂ ਪੂਰੇ ਨਹੀਂ ਹੈ ਤੇ ਪੂਰੇ ਬੰਦਾ ਬਹੁਤ ਹੁੰਦਾ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਪੂਰੇ ਉਹ ਬਣਾਗੇ ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਪਰ ਸਾਡਾ ਕੰਮ ਹੈਗਾ ਇੱਕ ਤਾਂ ਸਿਮਰਨ ਕਰਨਾ, ਇੱਕ ਅਰਦਾਸ ਕਰਨੀ, ਸੱਚੇ ਪਾਤਸ਼ਾਹ ਮੇਰੇ ਤੋਂ ਸੇਵਾ ਲਓ ਤਾਂ ਕਿ ਹਉਮੈ ਨਾ ਵਧੇ। ਦੂਜਾ ਜਿਹੜੀ ਸੇਵਾ ਸਾਨੂੰ ਮਿਲੀ ਹੈ ਉਹਨੂੰ ਅਸੀਂ ਖੁਸ਼ ਹੋ ਕੇ ਸੇਵਾ ਕਰੀ ਚੱਲੀਏ ਤਾਂ ਕਿ ਫਿਰ ਸਮਾਂ ਆਏਗਾ ਜਦੋਂ ਸੇਵਾ ਆਪਣੇ ਆਪ ਹੀ ਨਿਸ਼ਕਾਮ ਹੋ ਜਾਏਗੀ ਤੇ ਸੇਵਾ ਉਹ ਨਾਮ ਜਪਦਿਆਂ ਐਸੀ ਸੇਵਾ ਕਰਨੀ ਸਾਡਾ ਜੀਵਨ ਹੀ ਜਿਵੇਂ ਤੁਸੀਂ ਫੋਟੋ ਦੇਖੀ ਸੀ ਭਾਈ ਸਾਹਿਬ ਜੀਵਨ ਸਿੰਘ ਜੀ ਦੀ, ਕਿ ਉਹਨਾਂ ਦਾ ਜੀਵਨ ਦੇਖੀਏ, ਉਹਨਾਂ ਨਜ਼ਾਰਾ ਦੇਖੀਏ, ਗੁਰੂ ਸਾਹਿਬ ਦੇ ਜੀਵਨਾਂ ਨੂੰ ਦੇਖੀਏ ਕਿ ਉਹਨਾਂ ਨੇ ਸਾਨੂੰ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਉੱਚਾ ਕਰ ਸਕਦੇ ਹਾਂ। ਤੇ ਹੌਲੀ ਸੇਵਾ ਕਰ ਕਰਕੇ ਸਾਡਾ ਮਨ ਨੀਵਾਂ ਹੋਏਗਾ, ਮੱਤ ਉੱਚੀ ਹੋਏਗੀ ਤੇ ਅਸੀਂ ਗੁਰੂ ਸਾਹਿਬ ਨਾਲ ਜਾ ਕੇ ਮਿਲ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ। ਤੇ ਸੋਚੀ ਤਾਂ ਨਹੀਂ ਤਾਂ ਜਿਹੜਾ ਭੈਣ ਜੀ ਨੇ ਸਵਾਲ ਪੁੱਛਿਆ ਬਹੁਤ ਦੂਰ ਹੈ, ਬਹੁਤ ਗੰਭੀਰ ਗਹਿਰਾ ਸਵਾਲ ਹੈ ਕਿ ਹਉਮੈ ਨਾ ਜਾਣੀ ਆ, ਪਤਾ ਨਹੀਂ ਜਾਂਦੇ ਕਿਵੇਂ ਜਾਏ ਖੋਏ ਕੋਈ ਹੋ ਖੁੰਦੇ ਜਾਂਦੇ ਜਾਏਗੀ। ਤੇ ਇੱਕ ਮੇਰੇ ਬਾਪੂ ਜੀ ਬੈਠੇ ਸ਼ਾਇਦ ਮੈਨੂੰ ਠੀਕ ਕਰ ਦੇ। ਇੱਕ ਤਾਂ ਸਾਡੇ 5 ਵਿਕਾਰ ਹੈ ਨਾ, ਐਂਗਰ, ਈਗੋ, ਲਸਟ, ਸਾਰਾ ਜੋ ਵੀ ਅਸੀਂ ਕਹਿੰਦੇ ਹਾਂ, ਹੰਕਾਰ। ਇੱਕ ਹੰਕਾਰ ਹੈ, ਇੱਕ ਹਉਮੈ ਤੇ ਹੰਕਾਰ ਵਿੱਚ ਵੀ ਫਰਕ ਹੈ। ਹੰਕਾਰ ਕਿਸੇ ਹੰਕਾਰ ਜ਼ੋਰ ਬੋਲਣ ਦਾ, ਕਿਸੇ ਨੂੰ ਬੋਲਣ ਦਾ ਹੰਕਾਰ ਹੈ, ਕਿਸੇ ਨੂੰ ਪੈਸੇ ਦਾ ਹੰਕਾਰ ਹੈ, ਕਿਸੇ ਨੂੰ ਕਿਸੇ ਚੀਜ਼ ਸੋਹਣੇਪਨ ਦਾ ਹੰਕਾਰ ਹੈ। ਤੇ ਹਉਮੈ ਆਪਣੇ ਹੋਣ ਦਾ ਅਹਿਸਾਸ, ਆਪਣੀ ਹੋਂਦ ਦਾ ਅਹਿਸਾਸ ਹੀ ਹੰਕਾਰ ਹੈ। ਕਦੇ ਮੈਂ ਸੋਚਿਆ ਮੈਂ ਕਿ ਉੱਥੇ ਇੱਕ ਬੰਦੇ ਕੋਲ ਬਹੁਤ ਪੈਸਾ, ਉਹ ਉਹਦੇ ਹੰਕਾਰ 'ਚ ਹੈ। ਉੱਥੇ ਇੱਕ ਬੰਦਾ ਰਿਕਸ਼ਾ ਚਲਾਉਂਦਾ, ਉਹ ਵੈਸੇ ਹੀ ਨਿਮਰਤਾ ਚਲਾਉਂਦਾ, ਉਹਦੇ ਹੰਕਾਰ ਕਰਕੇ ਹੈ ਹੀ ਨਹੀਂ ਕੁਛ, ਉਹ ਹੰਕਾਰ ਹੈ ਕਿ ਉਹਦੇ 'ਚ ਹਉਮੈ ਨਹੀਂ ਆ, ਹਉਮੈ ਉਹਦੇ 'ਚ ਵੀ ਹੈ। ਹਉਮੈ ਉਹਦੇ 'ਚ ਇੱਕ ਭਿਖਾਰੀ ਹੈ ਹੀ ਨਹੀਂ, ਉਹਦੇ ਕੋਲ ਪੁੱਛਣ ਵਾਲਾ ਹੀ ਨਹੀਂ ਹੈ, ਉਹ ਹੱਥ ਹੀ ਜੋੜੀ ਰੱਖਦਾ, ਉਹਨੂੰ ਹੰਕਾਰ ਕਾਹਦਾ ਹੋਏਗਾ, ਹੈ ਹੀ ਨਹੀਂ ਕੱਖ ਵੀ ਉਹਦੇ ਕੋਲ, ਪਰ ਹਉਮੈ ਉਹਦੇ ਵਿੱਚ ਵੀ ਹੈ। ਜਦੋਂ ਬੱਚਾ ਮਾਂ ਦੇ ਪੇਟ ਵਿੱਚ ਸੀ ਨਾ, ਤਾਂ ਹੀ ਉਹਨੂੰ ਅਹਿਸਾਸ ਹੋ ਗਿਆ ਮੈਂ ਹਾਂ ਤੇ ਲੱਤਾਂ ਮਾਰਨੀ ਸ਼ੁਰੂ ਕਰ ਦਿੱਤੀਆਂ, ਮੈਂ ਕੁਝ ਹਾਂ। ਇਹ ਹਉਮੈ ਹੋਣ ਦਾ ਮੇਰੀ ਹੋਂਦ ਦਾ ਕਿ ਮੈਂ ਕੁਝ ਹਾਂ, ਇਹ ਅਹਿਸਾਸ ਹੀ ਹਉਮੈ ਹੈ। ਤੇ ਹੰਕਾਰ ਜਦੋਂ ਕੋਈ ਚੀਜ਼ਾਂ ਜੁੜਦੀਆਂ ਜਾਂਦੀਆਂ, ਜਦੋਂ ਕਹਿੰਦਾ ਮੇਰਾ ਤੇਰਾ ਜਾਣਦਾ ਤਾਂ ਵੀ ਤੇ ਬੰਦਾ ਗੁਰਕਾਟੀ ਅਗਿਆਨਤਾ ਦਾ ਛੁੱਟ ਕੇ ਬੰਦਾ, ਜੋ ਵੀ ਮੇਰਾ ਮੇਰੀ ਧਾਰ ਬੰਧਨ ਬੰਦਿਆ। ਭਾਈ ਸਾਹਿਬ ਨੇ ਐਕਸਪਲੇਨ ਕੀਤਾ, ਹੁਣ ਮੇਰਾ ਸ਼ੁਰੂ ਹੋ ਗਿਆ ਉਹਦਾ, ਆ ਮੇਰਾ ਉਹ ਬੰਧਨ ਬਣ ਗਿਆ, ਇਹ ਹੰਕਾਰ ਹੋ ਗਿਆ ਉਹਦਾ ਸਾਰਾ। ਜਿਹਦੇ ਕੋਲ ਜ਼ਿਆਦਾ ਆ ਗਿਆ ਹੰਕਾਰ ਬਣ ਗਿਆ। ਤੇ ਹਉਮੈ ਮੇਰੇ ਇਸ ਕਰਕੇ ਹੰਕਾਰ ਤਾਂ ਜਾਏਗਾ, ਪਰ ਹਉਮੈ ਦਾ ਨਾਮ ਜਿਹਦਾ ਭਾਈ ਸਾਹਿਬ ਨੇ 2 ਤਰ੍ਹਾਂ ਦੀ ਸੇਵਾ, ਜਿਹੜੀ ਨਾਮ ਜਪਣ ਦਾ ਹਉਮੈ ਜਾਣੀ ਆ, ਬਾਕੀ ਜਿਹੜੇ ਹੰਕਾਰ ਨੂੰ ਪੂਰਿਆ ਉਹ ਫਿਰ ਮੈਂ ਕਿਤੇ ਜੋੜੇ ਧੋ ਰਿਹਾ ਜਾਂ ਮੈਂ ਕਿਤੇ ਟਾਇਲਟ ਕਲੀਨਿੰਗ ਕਰ ਰਿਹਾ ਤੇ ਮੇਰੇ ਹੰਕਾਰ ਨੂੰ ਸੱਟ ਵੱਜ ਰਹੀ ਹੈ, ਕਿ ਪਿੱਛੇ ਹੋ ਹੰਕਾਰੀ ਨਾ ਬਣ। ਤੇ ਇਸ ਕਰਕੇ ਹਉਮੈ ਤੇ ਹੰਕਾਰ ਤੇ, ਕਿਉਂਕਿ ਮਹਾਰਾਜ ਕਹਿੰਦੇ 5 ਦੋਖ ਅਰ ਅਹੰ ਰੋਗ ਅਲੱਗ ਕੀਤਾ, ਇਹ ਤਨ ਤੇ ਸਗਲ ਦੂਰ ਕੀ। ਮਹਾਰਾਜ ਨੇ 5 ਦੋਖ ਵੀ ਤੇ ਅਹੰ ਰੋਗ ਵੀ, ਇਹ ਦੋਵੇਂ ਅਲੱਗ ਕਰਦੇ। ਹੋ ਸਕਦਾ ਮੈਂ ਗਲਤ ਹੋਵਾਂ ਤੇ ਹੋਵਾਂ ਤਾਂ ਮੈਨੂੰ ਠੀਕ ਕਰਦੇ। 5 ਦੋਖ ਇਹੀ 5 ਜਿਹੜੇ ਕਾਨ ਨੂੰ ਲੋਭ ਮੋਹ ਹੰਕਾਰ ਤੇ ਫਿਰ ਅਹੰਕਾਰ ਜਿਹੜਾ
ਉਹ ਤਾਂ ਮੈਂ ਵੀ ਹੈਰਾਨ ਸੀ। ਇੱਕ ਸ਼ਬਦ ਚ ਆਉਂਦਾ ਹੰਕਾਰ ਦੀ ਕਰਦੇ ਕਹਿੰਦੇ ਖੋਏ ਖੋਏ ਖੋਈ ਹਾਂ। ਬਹੁਤ ਧੰਨਵਾਦ ਮਾਲਕ ਦੀ ਕਿਰਪਾ ਕੀਤੀ ਬੜੀ ਦੇਰ ਬਾਅਦ ਇਸ ਤਰ੍ਹਾਂ ਅਹੰ ਮਤਲਬ ਹੋਣ ਦਾ ਹੰਕਾਰ, ਹੋਣ ਦਾ ਅਹੰ, ਮੇਰਾ ਅਹੰ ਮੈਂ ਹਾਂ, ਮੇਰਾ ਹੋਣਾ ਹੀ। ਇੱਕ ਦੂਜਾ ਹੁੰਦਾ ਕਿ ਮੈਨੂੰ ਇਸ ਚੀਜ਼ ਦਾ ਉਹ ਮੈਂ ਗਲਤ ਹੋਵਾਂ, ਮੈਂ ਫਿਰ ਕਹਿੰਦਾ ਮੇਰੀ ਮਤ ਥੋੜੀ ਨਾ, ਮੈਂ ਤਾਂ ਸਿਰਫ ਥੋੜਾ ਜਿਹਾ ਮੈਨੂੰ ਲੱਗਾ ਕਿ ਮਹਾਰਾਜ ਨੇ 5 2 ਆਮ ਨੂੰ ਲਗਾ ਕਿਉਂ ਕੀਤਾ। ਤੇ ਇੱਕ ਜਗ੍ਹਾ ਹੋਰ ਸ਼ਬਦ ਵੀ ਕਹਿੰਦਾ ਕੋਏ ਕੋਏ ਕੋਈ ਹੋ, ਉਹਦੇ ਵਿੱਚ ਹੰਕਾਰ ਦੀ ਵੀ ਗੱਲ ਉਹ ਅਲੱਗ ਲਿਖਤਾ ਤੇ ਦੂਜੇ ਨੂੰ ਅਲੱਗ ਲਿਖਤਾ। ਇਸ ਕਰਕੇ ਸ਼ਾਇਦ ਹਉਮੈ ਤਾਂ ਸਾਡੀ ਤਾਂ ਜਾਏਗੀ ਜਦੋਂ ਅਸੀਂ ਨਾਮ ਜਪ ਜਪ ਉਸ ਅਵਸਥਾ 'ਚ ਪਹੁੰਚਾਂਗੇ, ਪਰ ਸਾਡੇ ਹੰਕਾਰ ਸਾਨੂੰ ਢਾਹ ਨਾ ਲਵੇ ਕਿਤੇ ਉਹ ਜਪਣ ਦੇ ਵਿੱਚ। ਇਸ ਕਰਕੇ ਦੂਜੀ ਸੇਵਾ ਕਰਕੇ ਜਾਣਾ। ਇਹ ਨਹੀਂ ਕਿ ਸਾਡੇ ਲਈ ਕੋਈ ਮੇਰੇ ਮਨ 'ਚ ਰਹਿਦਾ ਹੈ ਤਾਂ ਮੈਂ ਕਿਉਂ ਇਹਨੂੰ ਸੇਵਾ ਕਰਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Any questions from the youth on Seva? Just on this topic, Seva. There's still a question box out here in case you want to write it down and put it there. That's also fine. Yeah. बचन सुनने होना ऐसे एक पहला पंक्ति बोली सी कि जो मन मारे अपना कहाँ मैंने नहीं आती मैं मानो मारना कितना है अच्छे पैदा होगा मारना कितना है। हाँ जी तेरा है कोई मन का मारना, हाँ मन का मारना और नाम है, नाम तो बिना मारे नहीं जाना। पर एक और चीज़ आम जनरली अपन गल करते जिन्होंने नाम नहीं प्राप्त हो वो किमें जाप सकते नहीं। आप एक जनरल सवाल के आने कि मन नूं देखण नाल भी मन मारता। बच्चों को शिक्षा निके जो क्लास स्कूल में सी ते बच्चे देखा वो इतना करते आ ते मैं क्या बच्चों रौला ना पाओ वो भी कहने लगता है मास्टर कहते रौला ना पाओ रौला पा गया हार के दास चुप कर गया है ना। चलो मैं भी वही रख ले जो भी रख ले है ना। रौला मुक गया उत्थे बच्चे ने सवाल किया कहते हुण रौला कासे मुक गया। मैं क्या उस वेले मेरा मन भी रौली था, मेरा मन रौला पाता सी चुप कर मैं अपने मन में मार लिया चुप कर आ गया तो चुप हो गए। बच्चे इदा करते सी क्लास से गया मैं चुप करके खड़ा रहा तो मैंने देख के सारे चुप करके हट गए। सारी क्लास रौला पाती थी ऐसा करती थी। इस टाइम उतों साबित हो गया कि मन में देखो किसी गुरमुख ना गल चलती थी कि मैं क्या मन देखने लग पाओ मन रुक जाएगा। वो फिर देखा सवाल कर दिता बड़ा सोहना सवाल कहने फिर दसो मन देखिए किमें सवाल बढ़ाया पर एक लफ्ज बच्चे आंसर कि मन की हरकत में देखो ये रुक जाएगा बस मन की हरकत जे नहीं भी फिर ये कहो चल कितने चल चल। ये भी एक बच्चे लड़ाई चो सीखा दस ने कि एक बीबी का आदमी लड़ते रोज ही लड़ते वो कहे कि मैं नहीं तो एक रहना मैं नहीं रहना मैं दौड़ जाना निकल जाना हूँ बाह खाना तू ना निकल कोई नहीं कोई मेरी गलती माफ कर दे आ जा है कई दिन इतना होता रहा। एक दिन मैं तो रहना जो मिल गया मैं तुम कानून को लेकर करते हैं वो कहती निकल जाना बेटा कानून का निकल जा बाहर है तू धक्का दे उसे बेटे की होया ते हूँ दूजे दिन इतना किया जैसे बोली कहता जा निकल मैं तेरा रखनी नहीं तेरा जी मेरी बथेरियाँ वो लगता गा रही कि मैं सो मन की हालत में देखो बड़ा सोहना सवाल ये फिर तोड़ो जे नहीं हटिया टिकिया नहीं है आम सवाल आ कि मन ही टेकता पानी पढ़ते नाम चलता तेरा निका दिया कि जे नहीं पहला तो देखो देखना कहते हैं इसकी हरकत में देखो की करता तामी रुक जाएगा। ये फिर भी नहीं रुकया
ਤੇ ਫਿਰ ਉਹਨੂੰ ਕਹੋ ਚੱਲ ਭਾਈ ਚੱਲ ਚੱਲ ਜਿੱਥੇ ਜਾਣਾ ਚੱਲ ਮੈਂ ਨਹੀਂ ਦੇਣਾ ਚੱਲ ਇਹ ਉੱਥੇ ਲੱਤਾਂ ਲਾ ਕੇ ਲਾ ਲੈਣੀਆਂ ਰੁਕ ਜਾਏਗਾ ਭਾਈ ਸਾਹਿਬ ਜੀ ਮਨ ਦੀ ਹਰਕਤ ਵਾਲੀ ਗੱਲ ਹੋਈ ਥੋੜੀ ਇੰਗਲਿਸ਼ ਚ ਟ੍ਰਾਂਸਲੇਟ ਕਰ ਦਿਓ ਬਾਬੂ ਜੀ ਨੇ ਕਿਹਾ ਮਨ ਦੀ ਹਰਕਤ ਜਿਹੜੀ ਹੈ ਕਈ ਵਾਰੀ ਮਨ ਨੂੰ ਮਾਰਨਾ ਕਿਸ ਤਰ੍ਹਾਂ ਹੈ the way we do it is ਕਿ first he gave an example of ਜਿਹੜੇ ਛੋਟੇ ਬੱਚੇ ਰੌਲਾ ਪਾਉਂਦੇ ਸੀਗੇ they became quiet when he said he didn't say anything and just kept quiet so people will see you and they'll become quiet so if you want to impress other people and tell them to do something, then you have to do it yourself first. So it's not just about telling manu marna is the way you do it is to quiet your own mind first, and then others will become quiet. And the other example he gave was if you sometimes the way you control the mind is wherever the mind goes, let it go. So he gave an example of a fight between a husband and wife, and the husband would always say, okay, I'm going to go, I'm getting tired, I'm going to leave. And the wife would say, well, no, that's okay, I'm wrong, I'll stay, I don't want you to go, and he'll stay, and he would keep having the same argument every day. So Bapuji said, to the woman, next time when he says this, well, tell him, okay, fine, you want to go? Just go. And just watch what happens. So the next time, when the guy said, okay, I'm leaving, I'm not going to stay here anymore, I want to go. She goes, okay, fine, go. So let him go, then what happens is that's the way, when you tell the mind to go somewhere, then it'll stop. So the man then stops saying that I'm going to leave. So that's how the mind is. Okay, if the mind is going somewhere, wants to go somewhere, tell it to go. All of a sudden then it'll realize that it's not going to be achieving what it wants to achieve, and it'll stop. Does it really work sometimes in the practical life? May not. So the question is, does it really work in practical life? I mean, it's not just one thing that that works every time. Guru Sahib, he's given us all different kinds of things to do. एक चीज़ ना मन नहीं मरदा, try different things. ते मेन गल है नाम नाल सानू जे असीं चलने आ नाम जपिए बाणी the point is ਅਸੀਂ ਸਿੱਖ ਜੇ ਹੈਗੇ ਆ ਸਾਨੂੰ ਗੁਰੂ ਸਾਹਿਬ ਨੇ ਦੋ ਚੀਜ਼ਾਂ ਦਿੱਤੀਆਂ ਨੇ ਇੱਕ ਬਾਣੀ ਦਿੱਤੀ ਹੈ ਇੱਕ ਨਾਮ ਦਿੱਤਾ ਹੈ ਬਾਣੀ ਦੇ ਸਾਰੇ ਆਨਸਰਸ ਨੇ if you start living our life according to ਗੁਰਬਾਣੀ ਪਰਨੀਆਂ ਸੇ ਗੁਰਬਾਣੀ ਨੂੰ ਤੁਕਾਂ ਦੇਖੀਆਂ ਨੇ just two ਮਾਦਰ ਦੀ ਐਗਜ਼ਾਮਪਲ ਦਿੱਤੀ ਸੀਗੀ but we have so many examples from ਗੁਰਬਾਣੀ ਇਸ ਦਿਨਾਂ ਨੂੰ ਗੁਰਬਾਣੀ ਦਾ ਜ਼ਿਆਦਾ ਗਿਆਨ ਹੈ you hear ਹੋਰ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਜਿਵੇਂ ਭਾਈ ਸਾਹਿਬ ਨੇ ਹੰਕਾਰ ਤੇ ਹਮੇ ਦੀ ਗੱਲ ਕੀਤੀ ਹੈ there's so much in Gurbani, we all understand at a level. But जितना सी Gurbani को पढ़ांगे, the more we read Gurbani, the more we try to understand and start incorporating what Gurbani is telling us, the more our life will start to improve. So we shouldn't stop learning. That is the point. We reach a stage where we don't want to learn anymore. ਅਸੀਂ ਕਹਿੰਦੇ ਹਾਂ ਜਦੋਂ ਕੋਈ ਸ਼ਬਦ ਦੀ ਵਿਚਾਰ ਹੁੰਦੀ ਹੈ, ਅਸੀਂ ਕਹਿੰਦੇ ਕੀ ਵਿਚਾਰ ਕਰਨੀ ਹੈ, ਬਾਣੀ ਪੜ੍ਹੋ ਜੀ ਬਾਣੀ ਪੜ੍ਹੋ, ਕੋਈ ਵਿਚਾਰ ਕਰਨ ਦੀ ਲੋੜ ਨਹੀਂ. No, I mean we have to do vichar ताकि we can understand what Gurbani is trying to tell us, so we can incorporate those lessons into our own life. Gurbani is all about practical things. Gurbani is telling us how to live our life, and so ਜੇ ਅਸੀਂ ਬਾਣੀ ਦਾ ਸਹਾਰਾ ਲੈ ਕੇ ਬਾਣੀ ਨੂੰ ਅਸੀਂ ਅੱਗੇ ਰੱਖ ਕੇ ਜੋ ਬਾਣੀ ਕਹਿੰਦੀ ਉਹਨੂੰ ਮੰਨਣਾ ਸ਼ੁਰੂ ਕਰ ਦਈਏ ਦੀ ਹਾਰਡ ਪਾਰਟ ਇਸ ਨੂੰ ਮੰਨਣਾ ਕਿੱਦਾਂ ਹੈ ਨਾ ਸਾਨੂੰ ਮੰਨਣਾ ਨਹੀਂ ਆਉਂਦਾ We don't want to because our ego is telling us nahi. Guru Sahib ne kya manu maro ekane main keda maar jawa. Ego is always fighting bani jo hame bani dasdi pai hai. And so our aim is, are we going to follow our ego or are we going to follow Gurbani? That's what the choice we have. It's the choice in life. What choice are we going to make? That is the whole point of all the nichod of the synopsis of all this is, are we going to follow our mind? Are we going to follow what Guru Sahib is telling us?
ਐਂਡ ਹੌਲੀ ਹੌਲੀ ਜੇ ਗੁਰੂ ਸਾਹਿਬ ਦੀ ਗੱਲ ਮੰਨਾਂਗੇ ਹੌਲੀ ਹੌਲੀ ਮਾਈਂਡ ਕੰਟਰੋਲ ਆਉਣਾ ਸ਼ੁਰੂ ਹੋ ਜਾਏਗਾ। ਬਹੁਤ ਜਸ ਹਾਥ ਇੱਕ ਗੱਲ ਤੋਂ ਗੱਲ ਸੀ, ਇੱਕ ਤਾਂ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਨਾ, ਮਨ ਦੀ ਹਰਕਤ ਨੂੰ ਦੇਖਣਾ, ਮਨ ਨੂੰ ਨਹੀਂ ਦੇਖ ਸਕਦੇ ਅਸੀਂ, ਹਵਾ ਨੂੰ ਵੀ ਨਹੀਂ ਦੇਖ ਸਕਦੇ, ਪਰ ਅਸੀਂ ਦੇਖਦੇ ਹਾਂ ਪੱਤੇ ਹਿਲਦੇ ਪਏ, ਇੱਧਰ ਨੂੰ ਹਿਲਦੇ ਪਏ, ਹਵਾ ਉੱਧਰ ਨੂੰ ਚੱਲਦੀ ਪਈ। ਮੈਂ ਬਾਹਰ ਖੜਾ ਤੇ ਮੈਂ ਇੱਧਰ ਨੂੰ, ਮੈਨੂੰ ਹਵਾ ਆਉਂਦੀ ਪਈ, ਇਸ ਦਿਸ਼ਾ ਨੂੰ ਜਾਂਦੀ ਪਈ, ਮੈਂ ਉਹਦੀ ਹਰਕਤ ਨੂੰ ਦੇਖ ਸਕਦਾ, ਮੈਂ ਹਵਾ ਨੂੰ ਨਹੀਂ ਦੇਖ ਸਕਦਾ। ਮਿੱਟੀ ਉੜੀ ਜਾਂਦੀ ਤੇ ਉਹਦੀ ਦਿਸ਼ਾ ਦੇਖ ਲਾਂਗਾ ਕਿ ਇੱਧਰ ਨੂੰ ਜਾਂਦੀ ਪਈ। ਇਸ ਕਰਕੇ ਮਨ ਜਿਵੇਂ ਕੋਈ ਹਰਕਤ ਕਰਦਾ ਸੀ, ਉਸ ਹਰਕਤ ਨੂੰ ਫੜੀਏ ਤੇ ਉਸ ਹਰਕਤ ਨੂੰ ਅਸੀਂ ਫੜ ਸਕਦੇ। ਮੈਨੂੰ ਥੋੜਾ ਜਿਹਾ ਇੱਕ ਭਗਤਾਂ ਦੀ ਕੋਈ ਮੈਂ ਪੜ੍ਹਦਾ ਸੀ, ਉਹ ਕਹਿੰਦਾ ਮੇਰਾ ਵੀ ਮਨ ਨਾ ਜਾਈ ਜਾਂਦਾ ਸੀ, ਕਹਿੰਦਾ ਜਲੇਬੀਆਂ ਦੇਖ ਲਈਆਂ ਉਹਨੇ, ਕਹਿੰਦਾ ਮੈਂ ਜਲੇਬੀ ਖਾਣੀ, ਕਹਿੰਦਾ ਮੇਰੇ ਦਿਲ ਚ ਆਇਆ ਨਹੀਂ ਖਾਣੀ, ਉਹ ਕੀ ਕਰਦਾ, ਕਹਿੰਦਾ ਫਿਰ ਮੇਰਾ ਦਿਲ ਗਿਆ ਕਹਿੰਦਾ ਜਲੇਬੀ ਖਾਣੀ, ਕਹਿੰਦਾ ਫਿਰ ਮੈਂ ਕਿਹਾ ਆ ਦਿਨ ਮੈਂ ਜਲੇਬੀਆਂ ਖਵਾਉਣਾ, ਕਹਿੰਦਾ ਫਿਰ ਮੈਂ ਕਿਹਾ ਖਾ ਹੋਰ ਖਾ, ਮੈਂ ਕਹਿੰਦਾ ਕਿਲੋ ਖਾ ਲਈਆਂ, ਉਹ ਹੁਣ ਮੈਂ ਬਹੁਤ, ਕਹਿੰਦਾ ਨਹੀਂ ਖਾ ਹੋਰ ਖਾ, ਕਹਿੰਦਾ 2 ਕਿਲੋ ਖਵਾਤੀਆਂ। ਮੈਂ ਕਿਹਾ ਹੁਣ ਤੂੰ ਖਾਈ ਚੱਲ, ਜਦ ਤੱਕ ਤੂੰ ਕਹਿੰਦਾ ਨਹੀਂ ਖਾਣੀ ਮੈਂ ਹੁਣ ਦੁਬਾਰਾ ਖਾਣੀ ਨਹੀਂ, ਦਾਦਾ ਮੈਂ ਖਵਾਈ ਜਾਣੀ। ਪਰ ਇੱਕ ਹਾਸੇ ਵਿੱਚ ਛੋਟੀ ਗੱਲ ਹੈ, ਕਦੇ ਕਦੇ ਕਰੂੰਗਾ, ਪਰ ਇਹ ਸਾਨੂੰ ਕਰੈਤਾ ਵੀ ਦੇਖਣੀ ਹੈ ਕਿ ਕਰੈਤਾ ਤੋਂ ਪਈਏ, ਕਿਉਂਕਿ ਉਹ ਤੋਂ ਸਾਨੂੰ ਲੱਗਣਾ ਹੈ ਕਿ ਇਹ ਮਨੂਆ ਕਿਉਂ ਕਰ ਵਾਸਤੇ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਬੁੱਧੀ ਕਾ ਜਾਣ। ਭਾਈ ਸਾਹਿਬ ਨੇ ਬਹੁਤ ਗੱਲ ਸੋਹਣੀ ਕਰ ਗਈ, ਬਾਣੀ ਚ ਗਿਆਨ ਹੈ, ਗੁਰ ਪ੍ਰਸਾਦ ਗੁਰੂ ਦੀ ਕਿਰਪਾ, ਕਿਰਪਾ ਵੀ ਚਾਹੀਦੀ ਤੇ ਗਿਆਨ ਵੀ ਚਾਹੀਦਾ, ਨਾਮ ਵੀ ਜਪਣਾ ਤੇ ਬਾਣੀ ਚ ਦੱਸੀ ਜਾਣਾ, ਮਹਾਰਾਜ ਕਹਿੰਦੇ ਇਹ ਅਵਸਥਾ ਆਏਗੀ, ਏਦਾਂ ਹੋਏਗਾ, ਇਹ ਮਾੜਾ ਹੁੰਦਾ, ਮੇਰੇ ਨਾਲ ਕੀ ਹੋ ਰਿਹਾ ਮੈਂ ਤੁਹਾਨੂੰ ਦੱਸਦਾ, ਤੇ ਉਹਦੇ ਨਾਲ ਗਿਆਨ ਹੋ ਜਾਂਦਾ, ਉਹਨੂੰ ਟੇਕ ਮਿਲਦੀ ਜਾਂਦੀ ਆ। ਇੱਕ ਭਾਈ ਸਾਹਿਬ ਨੂੰ ਉਹਦੇ ਚ ਗੱਲ ਕੀਤੀ ਨਾ, ਹਉਮੈ ਹੰਕਾਰ, ਮੈਂ ਨਹੀਂ ਉਹਦੇ ਚ ਮੈਂ ਨਹੀਂ ਕਹਿੰਦਾ ਮੈਂ ਸਹੀ ਆ, ਪਰ ਮੈਂ ਥੋੜੀ ਜਿਹੀ ਸ਼ਬਦ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਤੇ ਚੱਲਦਾ, ਸਭ ਹੁਣ ਤਰੇ ਤਰੇ ਸਮੇਂ ਉੱਪਰ ਇਹ ਦ੍ਰਿਸ਼ਟ ਦਿਸ਼ਟਾਏ, ਅਭਿਮਾਨ ਖੋਏ, ਹੰਕਾਰ ਮੈਂ ਕਹਿ ਕੇ ਅਭਿਮਾਨ ਖੋਏ, ਖੋਏ ਖੋਏ ਖੋਈ ਹੋ, ਮੁਖ ਕੋ ਸਤਿਗੁਰ ਮੰਤਰ ਜਿਹੜਾ, ਮੇਰਾ ਅਭਿਮਾਨ ਖੋ ਗਿਆ, ਫਿਰ ਖੋਂਦੇ 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 ਹਉਮੈ ਚਲੀ ਗਈ। ਸ਼ਾਇਦ ਉਹ ਇੱਕ ਮਤਲਬ ਕਿ ਜ਼ਿਆਦਾ ਸਿਵੀਅਰ ਡਿਸੀਜ਼ ਆ ਜਦੋਂ ਹਉਮੈ ਆ, ਪਰ ਉਹਦਾ ਇੱਕ ਅੰਗ ਹੀ ਆ, ਉਹ ਇੱਕ ਵਿੱਚ ਵੀ ਲੈ ਸਕਦੇ ਨੇ, ਉਹ ਥੋੜਾ ਡਿਫਰੈਂਸ਼ੀਏਟ ਵੀ ਕਰ ਸਕਦੇ ਆ। ਇਹ ਇਸ ਕਰਕੇ ਮੈਂ ਥੋੜੀ ਜਿਹੀ ਗੱਲ ਮੇ ਵੀ ਆਏ ਬਲੌਂਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ